प्यारी साध संगत जीओ सज जाओ प्रेम नाल कथा श्रवण करो जी। अज की कथा की हाजरी ਗਿਆਨੀ ਮਨਜੀਤ ਸਿੰਘ जी दमदमी टकसाल मेहता चौक वाले भर रहे हैं। कथा श्रवण करो तो अपना जन्म सफला करो जी। सतनाम श्री वाहिगुरु साहिब जीओ। एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद जप आदि सच जुगादि सच है पी सच। नानक होसी पी सच। चक्र चिन्ह अर वर्ण जात अर पात नहन जिह। रूप रंग और रेख पेख को कह ना सकत केह। अचल मूरत अनभव प्रकाश अमितोज कहे जय। कोट इंद्र इंद्राण साहे साहान गणिजय। तिर भवन महीप सुर नर असुर नेत नेत बन तृण कहत। सर्व नाम कथै कवन कर्म नाम वर्णत सुमत। रूप न रेख न रंग किछ त्रिगुण ते प्रभ भिन्न। तिस है बुझाए नानका जिस होवै सो प्रसन्न। जे जे तुमरे ध्यान को नित उठ ध्याय हैं संत। अंत लहेंगे मुक्त फल पावहेंगे भगवंत। अत ऊंचा ताका दरबारा अंत नहीं किछ पारावारा। कोट 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 लख तावै एक तिल ताका महल न पावै। कोट बिसन कीने अवतारो को
ब्रह्मांड जाके धर्मसाल कोट महेश उपाय समाए कोट ब्रह्मे जग साजन लाए ऐसो तनि गोविंद हमारा वर्णन साको गुण विस्तारा मुख ऊंच रह शास्त्र खट पिंग गिरन चढ़ जाए अंध लखै बदरो सुनै जो काल कृपा कराए ज्ञान ध्यान किछ कर्म न जाना नाहिन निर्मल करनी साध संगत कै अंचल लावहो बिखम नदी जाए तरणी ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी। सतनाम श्री वाहिगुरु जी। नन्ना निस दिन निरखत जाई निरखत नैन रहे रतवाई। नन्ना निस दिन निरखत जाई निरखत नैन रहे रतवाई। निरखत निरखत जब जाए पावा तब ले निरख है निरख मिलावा। निरखत निरखत जब जाए पावा तब ले निरख है निरख मिलावा। वाहिगुरु जी का खालसा वाहिगुरु जी की फतेह। भगत वत्सल अतत पावन आप नारायण सतगुरु धन धन श्री गुरु नानक देव सच्चे पातशाह जी महाराज। कलगीधर पिता पंथ दे वाले सरबंस दानी फौजां दे मालक दीन दयाल सतगुरु धन 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 श्री गुरु गोबिंद सिंह साहिब सच्चे पातशाह जी महाराज। दसे गुरु साहिबाना दी आत्मक जोत जागदी जोत चवर छतर तख्त दे मालक जुगो जुग अटल। धन धन सतगुरु श्री गुरु ग्रंथ साहिब जी महाराज। धन धन श्री दसवां ग्रंथ साहिब जी। सतगुरु जी दी साजी नवाजी गुरु खालसा गुरु रूप गुरु प्यारी साध संगत जियो।
ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਨੰਦੇੜ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਬੇਅੰਤ ਗੁਰੂ ਕੀ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਪਿੰਡਾਂ ਸ਼ਹਿਰਾਂ ਨਗਰਾਂ ਗਲੀ ਮੁਹੱਲਿਆਂ ਤੋਂ ਚੱਲ ਕੇ ਸਤਿਗੁਰ ਜੀ ਦੇ ਚਰਨਾਂ ਵਿੱਚ ਪਹੁੰਚ ਰਹੀਆਂ ਹੈ ਤੇ ਪਹੁੰਚਦੇ ਹਨ। ਗੁਰੂ ਸਾਹਿਬ ਕੇ ਦਰਸ਼ਨ ਕਰਕੇ ਇਹਨਾਂ ਨੇਤਰਾਂ ਨੂੰ, ਇਸ ਪੰਜ ਭੂਤਕ ਸਰੀਰ ਨੂੰ ਆਪ ਸੰਗਤਾਂ ਸਫਲਾ ਕਰ ਰਹੇ ਹੋ। ਮਹਾਰਾਜ ਜੀ ਵੀ ਨਿਤਾ ਪ੍ਰਤੀ ਆਪਣਾ ਦਰਸ਼ਨ ਦੇ ਕੇ ਸੰਗਤਾਂ ਨੂੰ ਕਿਰਤਾਰਥ ਨਿਹਾਲ ਕਰਦੇ ਹਨ। ਸੋ ਗੁਰੂ ਕੀਆਂ ਸੰਗਤਾਂ ਜਿੱਥੇ ਦਰਸ਼ਨ ਕਰਦੀਆਂ ਉਥੇ ਜਿਨ੍ਹਾਂ ਦੇ ਭਾਗ ਬੜੇ ਉੱਚੇ ਸੁੱਚੇ ਹੈ, ਬੜੀ ਮਹਾਨ ਕਮਾਈ ਕੀਤੀ ਹੈ ਪਿਛਲੀ, ਉਸ ਕਮਾਈ ਦਾ ਸਦਕਾ ਉਹ ਆਪਣੇ ਸਮੇਂ ਨੂੰ ਗੁਰੂ ਕੀ ਸੰਗਤ ਵਿੱਚ ਕਥਾ ਕੀਰਤਨ ਦੇ ਰਾਹੀਂ ਸਰਵਣ ਕਰਕੇ ਆਪਣੇ ਇਸ ਮਨੁੱਖ ਜਨਮ ਦੇ ਸਮੇਂ ਨੂੰ ਸਫਲਾ ਕਰਦੇ ਹਨ। ਸੋ ਸਾਧ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬੇਅੰਤ ਸੰਗਤਾਂ ਗੁਰੂ ਮਹਾਰਾਜ ਚਰਨਾਂ ਵਿੱਚ ਜੁੜ ਰਹੀਆਂ ਹੈ। ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਸਦੀਆਂ ਤੋਂ ਹੀ ਮਹਾਰਾਜ ਜੀ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਚੱਲਦੀ ਆ ਰਹੀ ਹੈ। ਹੁਣ ਉਸ ਪਾਵਨ ਪਵਿੱਤਰ ਕਥਾ ਦਾ ਸਾਧ ਸੰਗਤ ਜੀ ਸਮਾਂ ਹੋਇਆ ਹੈ, ਜੋ ਕਿ ਕੁਝ ਮਹੀਨਿਆਂ ਤੋਂ ਭਗਤ ਕਬੀਰ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਉਹਦੀ ਕਥਾ ਗੌੜੀ ਰਾਗ ਵਿੱਚ ਚੱਲ ਰਹੀ ਹੈ। ਜਿਸ ਭਗਤ ਕਬੀਰ ਜੀ ਬਾਰੇ ਮਹਾਰਾਜ ਲਿਖਦੇ, ਕਬੀਰ ਧਿਆਇਓ ਏਕ ਰੰਗ, ਜਿਸ ਭਗਤ ਕਬੀਰ ਜੀ ਨੇ ਪਰਮੇਸ਼ਰ ਨੂੰ ਇੱਕ ਰਸ, ਇੱਕ ਪ੍ਰੇਮ ਵਿੱਚ ਪ੍ਰੇਮਾ ਭਗਤੀ ਨਾਲ ਧਿਆਉਣਾ ਕੀਤਾ, ਉਹਦਾ ਸਦਕਾ ਐਡਾ ਭਾਰੀ ਫਲ ਪਾਇਆ ਹੈ। ਪਹਿਲਾਂ ਰਾਮਾਨੰਦ ਗੁਰੂ ਜੀ ਪ੍ਰਾਪਤ ਹੋਏ, ਉਸ ਤੋਂ ਬਾਅਦ ਜਦੋਂ ਸੰਸਾਰ ਨੂੰ ਤਾਰਦੇ ਹੋਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਂਸ਼ੀ ਵਿਖੇ ਪਹੁੰਚੇ ਹੈ। ਉੱਥੇ ਕੁਝ ਹੋਰ ਭਗਤ ਨਾਮਦੇਵ ਜੀ ਦੇ ਨਾਲ ਭਗਤ ਕਬੀਰ ਜੀ, ਇਹ ਸਾਰਿਆਂ ਭਗਤਾਂ ਨਾਲ ਸਤਿਗੁਰੂ ਜੀ ਦੀ 7 ਦਿਨ ਚਰਚਾ ਹੋਈ ਕਾਂਸੀ ਵਿਖੇ। ਇਸ ਤਰ੍ਹਾਂ ਜਨਮ ਸਫਲਾ ਕੀਤਾ। ਗੁਰੂ ਮਹਾਰਾਜ ਬਚਨ ਲਿਖਦੇ ਹੈ, ਨਾਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ, ਹਉਮੈ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੈ ਕੋਈ ਨਾ ਮੇਟੈ ਭਾਈ। ਇਸ ਤਰ੍ਹਾਂ ਪੂਰੇ ਗੁਰਾਂ ਤੋਂ ਹੀ ਭਗਤ ਕਬੀਰ ਮਹਾਰਾਜ ਜੀ ਨੇ ਕਲਿਆਣ ਪਾਈ ਹੈ। ਜਿਸ ਕਰਕੇ ਭਗਤ ਜੀ ਪਾਸ ਜਿੱਥੇ ਸਤਸੰਗੀ ਆਉਂਦੇ ਆ, ਉਥੇ ਹੋਰ ਵੀ ਜਿਹੜੇ ਆਪਣੇ ਆਪ ਨੂੰ ਬੜੇ ਕਹਿੰਦੇ ਕਹਾਉਂਦੇ ਵਿਦਵਾਨ ਖਵਾਉਂਦੇ ਆ, ਉਹ ਵੀ ਉੱਥੇ ਆਣ ਪਹੁੰਚਦੇ ਆ। ਇਹ 52 ਅੱਖਰੀ ਬਾਣੀ ਦੀ ਹੁਣ ਕਥਾ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ 52 ਅੱਖਰੀ ਬਾਣੀ ਉਚਾਰਨ ਕੀਤੀ ਹੈ। ਗੁਰੂ ਸਾਹਿਬ ਜੀ ਨੇ ਬਹੁਤ ਵਿਸਥਾਰ ਕੀਤਾ ਹੈ, ਇੱਥੇ ਭਗਤ ਜੀ ਨੇ ਵੀ ਬਹੁਤ ਵਿਸਥਾਰ ਕੀਤਾ ਹੈ। ਇੱਕ ਕਾਜੀ ਤੇ ਮੁੱਲਾ ਭਗਤ ਮਹਾਰਾਜ ਜੀ ਪਾਸ ਆਏ ਹੈ, ਜਿਹੜੇ ਵਿਦਿਆ ਅਭਿਮਾਨੀ ਸਨ। ਇਹ ਸੋਚਦੇ ਆ ਵੀ ਭਗਤ ਕਬੀਰ ਦੇ ਕੋਈ ਪੜ੍ਹਿਆ ਪੁੜਿਆ ਨਹੀਂ ਹੈ, ਅਸੀਂ ਤੇ ਪੜ੍ਹੇ ਲਿਖੇ ਆ, ਇਹਨੂੰ ਵੀ ਪੁੱਛੀਏ ਵੀ ਕੋਈ 52 ਅੱਖਰੀ ਜਿਹੜੀ ਸੰਸਕ੍ਰਿਤ ਹੈ, ਪੰਡਿਤ ਕਹਿੰਦਾ ਵੀ ਤੁਹਾਨੂੰ ਕੋਈ ਆਉਂਦੀ ਹੈ। ਇਸੇ ਤਰ੍ਹਾਂ ਕਾਜੀ ਜਿਹੜਾ ਹੈ ਆਪਣੇ ਸੰਬੰਧ ਵਿੱਚ ਪੁੱਛਦਾ ਹੈ ਅੱਲਾ ਦੇ ਸੰਬੰਧ ਵਿੱਚ, ਕਿਉਂਕਿ ਜਿਹੜਾ ਕੋਈ ਪੜ੍ਹ ਲਿਖ ਥੋੜ੍ਹਾ ਜਾਂਦਾ ਉਹਨੂੰ ਆਪਣਾ ਅਭਿਮਾਨ ਹੁੰਦਾ ਹੈ। ਜਿਵੇਂ ਛੋਟੀ ਜੀ ਇੱਕ
ਗੱਲ ਹੈ, ਕਦੇ ਸੰਤ ਮੰਡਲੀ ਬਿਰਾਜੀ ਹੋਈ ਸੀ, ਉੱਥੇ ਬੜੇ ਵਿਦਵਾਨ ਲੋਕ ਬੈਠੇ, ਪੰਡਤ ਆਦਿਕ, ਉੱਥੇ ਕਮਾਈ ਵਾਲੇ ਮਹਾਂਪੁਰਸ਼ ਵੀ ਬੈਠੇ ਸਨ। ਇਹ ਗੱਲ ਚੱਲਦੀ ਚੱਲਦੀ ਚੱਲ ਪਈ। ਪੰਡਤ ਕਹਿਣ ਲੱਗਾ ਵੀ ਵੇਖੋ जी, जो गुरु नानक देव जी हुए ना सिखों के गुरु, अनपढ़ लोग थे, उनको कोई बहुत ही संस्कृत नहीं आती थी। वो तो उन्होंने देखो कई शब्द जेड़े संस्कृत के विगाड़ विगाड़ के आम सीधे लिख देते। वो संत बंदगी वाले कह लगे भी पंडित जी तुसीं किदां कह दिता भी गुरु नानक साहब जी नहीं पढ़े हुए। महाराज ते अवर पढ़ावन हार सारिਆਂ ਨੂੰ पढ़ाउण आए ते तुसीं किदां किहड़े हिसाब नाल कह दिता। कहता हाँ मैं कहना ना नहीं पढ़े गुरु नानक साहब, और जी संस्कृति भी उन्हें लिखी वो आम जी है, समझ विच पै जाती है। ਜਿਹੜੇ कोई उन्हां नाल कोई भेट हुई उस वेले लोकां दी, वो भी कोई एडे विद्वान नहीं सी। इन्ना ये पंडित नूं अपना मान है। वो संत महात्मा कमाई वाले सन, कहते भी तुसीं ना पंडित जी थोड़ा सानू टाइम दिओ, फिर असीं तुहाडे नाल विचार करांगे। अगले दिन फिर मंडली जो इकट्ठी हुई है, वो संत कह लगे भी पंडित जी तुसां ने कहा भी गुरु नानक साहब जी अनपढ़ लोग थे, तुसीं सानू ये दसो भी जिहड़े ब्रह्मा जी हन वो किहड़ी यूनीवर्सिटी पढ़े भला, जिन्हां ने 4 वेद उचारे है, वो किहड़ी यूनीवर्सिटी में जिन्हां दाखला लिया। ते विष्णु भगवान जिहड़े है वो किहड़े कालज विच पढ़े भला। शिव जी जिहड़े समाधि लाउंदे है बड़े ज्ञानी है, वो कित्थे पढ़े भला, कित्थों ना सर्टिफिकेट लिया। इहदा उत्तर दिओ पहला। कहंदा वो तो सुते सीधी पढ़े सन, उन्होंने अपने आप तो ज्ञान सी। फिर वो संत महात्मा कह लगे पंडित जी जे उन्होंने अपने आप ज्ञान सी तो गुरु नानक साहब जी को अपने आप ज्ञान नहीं हो सकता, जो आप नारायण कला धार जग में परवरे हो। वो आप नारायण परमेश्वर, वो तो सारे पढ़ाउण आए है, गुरु किसी को पढ़ते नहीं होंगे। इसे तरह साध संगत जी वो पंडित नरोत्तर हो गया, फिर कोई गल ना आवे हूँ हाँ करी जाए। सो इसे तरह ये पंडित लोग भी सोचते हैं भी पंडित काजी भी भगत कबीर जी को कुछ आउंदा नहीं है, पर उन्होंने तो कल्ले अखर ही आउंदे है। भगत महाराज जी जिहड़े है वो तो अखरां दा नाल सारे दस रहे हैं भी इहदा मतलब की, इहदा मतलब की है। मेरे अखर नहीं है, इन्हां दा सार की ही दस रहे हैं। सो ना तो भगती पढ़न आउंदे किसी को, ते ना जिहड़े है गुरु साहब ही पढ़न आउंदे है, ना गुरमुखी पढ़न आउंदे है। गुरमुख शास्त्र सिमरत वेद, गुरमुख पावै घट घट भेद। वो तो 6 शास्त्र 27 सिमरतियां ते 4 वेद, सुते सेधी गुरमुखां नूं याद होंदे ते वैसे उन्हां नूं सब कुछ आउंदा हुंदा। सो भगत महाराज जी की देखो आप कथा सरवण कर ही रहे, किन्ने किन्ने डूंघे शब्द है, डूंघी विचार आ रही जी साडे सिरों लंघ जाती है, जी साडे को बोली भी नहीं जाती है। सो भगत महाराज भगत कबीर जी अज पावन पवित्र उपदेश बख्शिश कर रहे हैं। बड़े विस्तार नाल आप जी पिछली 52 अखरी की कथा सरवण कर चुके हो। अज भगत जी नन्हे अखर के द्वारा जो उपदेश कर रहे हैं, मन बिरतियां नूं करो एकागर, गुरु चरनां दा ध्यान धरदे होए गुर मंत्र दा जाप करो जी, उचारण करो सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु जी। नन्ना निस दिन निरखत जाई। नन्हे अखर के द्वारा भगत कबीर जी जग्यासुआं नूं, उथे काजी है, उथे मुल्ला बैठा है, होर बड़े तत बेटे बैठे सारिआं नूं उपदेश कर रहे हैं। कहंदे वेखो भाई नन्हे अखर के द्वारा यह उपदेश आ भी जिहड़े परमेश्वर के प्रेमी प्यारे हुंदे हैं
ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਬੜਾ ਉੱਚਾ ਸੁੱਚਾ ਪ੍ਰੇਮ ਲੱਗ ਗਿਆ ਹੈ, ਉਹ ਪ੍ਰੇਮ ਵਿੱਚ ਪਿਆਰੇ ਆਪਣੇ ਪਿਆਰੇ ਦੇ ਦਰਸ਼ਨ ਨੂੰ ਦੇਖਣ ਵਾਸਤੇ ਵੇਖਦਿਆਂ 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 ਉਹਨਾਂ ਦਾ ਸਾਰਾ ਰਾਤ ਦਿਨ ਹੀ ਬਤੀਤ ਹੋ ਜਾਂਦਾ ਵੀ ਕਦੋਂ ਮੇਰਾ ਪਿਆਰਾ ਮੈਨੂੰ ਮਿਲੇ। ਉਹ ਰਾਤ ਦਿਨ ਪ੍ਰੇਮੀ ਪਿਆਰੇ ਪਰਮੇਸ਼ਰ ਦੇ ਪ੍ਰੇਮ ਵਿੱਚ ਇਹੋ ਜਿਹੇ ਮਗਨ ਹੋ ਜਾਂਦੇ ਆ, ਵੇਖਦਿਆਂ ਵੇਖਦਿਆਂ ਉਹਨਾਂ ਦੀ ਸਾਰੀ ਰਾਤ ਸਾਰਾ ਦਿਨ ਭਾਵ 8 ਪਹਿਰੀ ਬਤੀਤ ਹੋ ਜਾਂਦੇ। ਐਸੀ ਪ੍ਰੇਮ ਦੀ ਲਗਨ ਹੈ। ਨਿਰਖਤ ਨੈਣ ਰਹੇ ਰਤਵਾਈ। ਤੇ ਉਹ ਵੇਖਦਿਆਂ ਵੇਖਦਿਆਂ ਉਹਨਾਂ ਦੇ ਜਿਹੜੇ ਨੇਤਰ ਹੈ ਨਾ ਸਾਧ ਸੰਗਤ ਜੀ, ਉਹ ਨੇਤਰ ਵੀ ਪ੍ਰੇਮ ਦੀ ਲਾਲੀ ਦੇ ਸਹਿਤ ਹੋ ਜਾਂਦੇ। ਰਤ ਦਾ ਅਰਥ ਹੈ ਲਾਲ ਵੀ, ਰਤ ਦਾ ਅਰਥ ਹੈ ਪ੍ਰੀਤ ਵੀ। ਉਹਨਾਂ ਦੇ ਜਿਹੜੇ ਨੇਤਰ ਲਾਲ ਹੋ ਜਾਂਦੇ ਪ੍ਰੇਮ ਪਿਆਰੇ ਨੂੰ ਵੇਂਦਿਆਂ ਵੇਂਦਿਆਂ। ਜਿਨ੍ਹਾਂ ਨੇ ਸੌਣਾ ਹੀ ਨਹੀਂ ਆ ਉਹਨਾਂ ਦੀ ਅੱਖਾਂ ਵਿੱਚ ਕੜੱਤਣ ਤੇ ਪਊਗੀ, ਉਹਨਾਂ ਦੀ ਅੱਖਾਂ ਦੇ ਲਾਲ ਹੋਣੀਆਂ। ਜਿਨ੍ਹਾਂ ਨੂੰ ਆਪਣੇ ਪਿਆਰੇ ਨਾਲ ਪ੍ਰੇਮ ਆ ਸਾਧ ਸੰਗਤ ਜੀ, ਉਹ ਵਿਰਾਗ ਕਰਦੇ ਆ। ਜਦੋਂ ਵਿਰਾਗ ਕਰਦੇ ਤੇ ਉਹਨਾਂ ਦੇ ਨੇਤਰਾਂ ਵਿੱਚ ਜਲ ਗਿਰਦਾ, ਜਲ ਕਿਰਨ ਦੇ ਨਾਲ ਅੱਖਾਂ ਦੇ ਲਾਲ ਹੋਣੀਆਂ। ਸੋ ਭਗਤ ਮਹਾਰਾਜ ਕਹਿੰਦੇ ਆ ਵੇਖ ਲੋ, ਉਹ ਵੇਖਦਿਆਂ ਵੇਖਦਿਆਂ ਨਾ ਆਪਣੇ ਪਿਆਰੇ ਦਾ ਰਾਹ, ਉਹਨਾਂ ਦੇ ਨੇਤਰ ਜਿਹੜੇ ਅੱਖਾਂ ਹੈ ਸਾਧ ਸੰਗਤ ਜੀ, ਉਹ ਵੀ ਲਾਲ ਹੋ ਜਾਂਦੀਆਂ। ਐਸੀ ਰਤਵਾਈ, ਐਸੇ ਪ੍ਰੇਮ ਵਾਲੇ ਉਹਨਾਂ ਦੇ ਨੇਤਰ ਹੈ। ਇਹੋ ਜਿਹੀਆਂ ਇਸ ਸੰਬੰਧ ਵਿੱਚ ਕਈ ਸਾਖੀਆਂ ਹੁੰਦੀਆਂ। ਜਿਵੇਂ ਮਾਛੀਵਾੜੇ ਵਿਖੇ ਨਿਹਾਲੇ ਖੱਤਰੀ ਦੀ ਮਾਈ ਸੀ ਮਾਤਾ ਗੁਰਦੇਈ ਜੀ। ਉਸ ਮਾਤਾ ਦੇ ਸਮਾਂ ਹੀ ਬੀਤ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਤਰਸਦਿਆਂ ਤੇ ਦਰਸ਼ਨ ਕਰਨਾ ਚਾਹੁੰਦੀ ਹੈ ਤੇ ਵਿਰਾਗ ਕਰ ਕਰਕੇ ਅੱਖਾਂ ਦੀ ਜੋਤ ਵੀ ਘਟ ਪੈ ਗਈ, ਅੱਖਾਂ 'ਚ ਰੋਸ਼ਨੀ ਨਹੀਂ ਰਹਿ ਗਈ, ਅੱਖਾਂ ਬੰਦ ਹੀ ਹੋ ਗਈਆਂ ਮਾਨੋ। ਤੇ ਜਿਸ ਦਿਨ ਸਤਿਗੁਰੂ ਮਹਾਰਾਜ ਮਾਛੀਵਾੜੇ 'ਚ ਗਏ ਨਾ ਗੁਲਾਬੇ ਮਸੰਦ ਦੇ ਘਰ, ਇੱਕ ਪਾਸੇ ਵੇਖ ਲਓ ਜਿਹਨੂੰ ਗੁਰੂ ਸਾਹਿਬ ਆਪ ਦਰਸ਼ਨ ਦੇਣ ਜਿਹਦੇ ਘਰ ਗਏ ਆ ਉਹਨੂੰ ਕੋਈ ਸਾਰ ਨਹੀਂ ਹੈ, ਉਹਨੂੰ ਮੋਹ ਹੈ ਘਰਦਿਆਂ ਦਾ। ਇੱਕ ਪਾਸੇ ਉਹ ਮਾਈ ਹੈ ਜਿਹੜੀ ਦਰਸ਼ਨਾਂ ਨੂੰ ਤਰਸ ਰਹੀ ਹੈ ਕਈ ਸਾਲਾਂ ਦੀ। ਜਦੋਂ ਦਰਸ਼ਨ ਉਹ ਗੁਲਾਬੇ ਮਸੰਦ ਦੇ ਰਾਹੀਂ ਸਾਖੀ ਲਮੇਰੀ ਸੂਖਮ ਰੂਪ ਵਿੱਚ ਉਹ ਮਾਈ ਨੂੰ ਬੁਲਾਇਆ ਹੈ। ਉਹਨੇ ਇੱਕ ਆਪਣੇ ਹੱਥਾਂ ਨਾਲ ਉਹਨ ਦਾ ਜਿਹੜਾ ਬਸਤਰ ਵੀ ਉਣਿਆ ਹੋਇਆ ਸੀ, ਉਹ ਉਹਨ ਸਤਿਗੁਰੂ ਜੀ ਵਾਸਤੇ ਬਸਤਰ ਰੱਖਿਆ ਹੋਇਆ ਹੈ। ਤੇ ਮਹਾਰਾਜ ਜੀ ਕਹਿੰਦੇ ਗੁਲਾਬਿਆ ਠੀਕ ਚਲੇ ਜਾਣੇ ਜੇ ਤੂੰ ਕਹਿਣਾ ਤੇ, ਪਰ ਇੱਕ ਕੰਮ ਕਰ, ਇੱਥੇ ਨਿਹਾਲੇ ਖੱਤਰੀ ਸਾਡਾ ਸਿੱਖ ਹੈ, ਉਹਦੀ ਮਾਤਾ ਹੈ ਮਾਤਾ ਗੁਰਦੇਈ, ਬੜਾ ਯਾਦ ਕਰ ਰਹੀ ਹੈ, ਉਹਨੂੰ ਜਾ ਕੇ ਕਹਿ ਵੀ ਸਾਨੂੰ ਆ ਕੇ ਇੱਥੇ ਮਿਲ ਆ, ਨਾਲ ਜਿਹੜਾ ਵਸਤਰ ਉਣਿਆ ਉਹ ਵੀ ਦੇ ਜਾ। ਉਹ ਮਾਈ ਆਈ ਸੀ ਤੇ ਸਾਧ ਸੰਗਤ ਜੀ ਜਦੋਂ ਨੇ ਸੁਣਿਆ ਨਾ ਵੀ ਗੁਰੂ ਸਾਹਿਬ ਜੀ ਮੈਨੂੰ ਦਰਸ਼ਨ ਦੇਣ ਆਏ ਹੈ, ਮਾਨੋ ਚਾਂਦੀ ਚੜ ਗਿਆ ਉਹਦੇ ਨੇਤਰਾਂ ਵਿੱਚ, ਰੋਸ਼ਨੀ ਛਾ ਗਈ ਹੈ। ਤੇ ਸਤਿਗੁਰੂ ਜੀ ਪਾਸ ਆਈ, ਦਰਸ਼ਨ ਕੀਤਾ, ਵਿਰਾਗ ਵੀ ਕਰਦੀ ਹੈ ਪਰ ਨੇਤਰ ਜਿਹੜੇ ਆ ਖਿੜ ਗਏ ਜਿਵੇਂ ਸੂਰਜ ਚੜਿਆ ਹੁੰਦਾ। ਗੁਰੂ ਸਾਹਿਬ ਕਾ ਐਸਾ ਤੇਜ ਪ੍ਰਤਾਪ, ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਈ ਸੀ ਉਹ ਮਾਈ। ਸੋ ਵੇਖ ਲੋ ਜਿਨ੍ਹਾਂ ਦੇ ਨੇਤਰਾਂ ਵਿੱਚ ਪ੍ਰੇਮ ਹੈ, ਜਿਹੜੇ ਆਪਣੇ ਪ੍ਰੇਮੀ ਪਿਆਰੇ ਨੂੰ ਰਾਤ ਦਿਨ ਤੱਕਦੇ ਰਹਿੰਦੇ, ਸਮਾਂ ਬਤੀਤ ਜਿਨ੍ਹਾਂ ਦਾ ਹੋ ਜਾਂਦਾ ਹੈ, ਉਹ ਵੇਖਦਿਆਂ ਵੇਖਦਿਆਂ ਉਹਨਾਂ ਦੇ ਨੇਤਰ ਵੀ ਲਾਲ ਪ੍ਰੇਮ ਦੀ ਲਾਲੀ ਦੇ ਸਹਿਤ ਹੋ ਜਾਂਦੇ ਹਨ। ਨਿਰਖਤ ਨਿਰਖਤ ਜਬ ਜਾਏ ਪਾਵਾ। ਵੇਖਦਿਆਂ ਵੇਖਦਿਆਂ ਜਦੋਂ ਉਹ ਜਾ ਕੇ ਆਪਣੇ ਪਤੀ ਪਰਮੇਸ਼ਰ ਪਿਆਰੇ ਨੂੰ ਉਸ ਵਾਹਿਗੁਰੂ ਦਰਸ਼ਨਾਂ ਨੂੰ ਪਾ ਲੈਂਦੇ ਹਨ। ਤਬਲੇ ਨਿਰਖਾ ਹੈ ਨਿਰਖ ਮਿਲਾਵਾ। ਉਹ ਵੇਖਣ ਵਾਲੇ ਜਗਿਆਸੂ ਸਿੱਖ ਨੂੰ ਜਿਵੇਂ ਉਹ ਮਾਤਾ ਸੀ ਤੇ ਗੁਰੂ ਸਾਹਿਬ ਜੀ ਨੇ ਵੇਖੋ ਆਪ ਹੀ ਮਿਲਾ ਲਿਆ ਨਾ, ਬੁਲਾ ਕੇ ਲਿਆਓ। ਇਸ ਤਰ੍ਹਾਂ ਤਦੋਂ ਉਹ ਵੇਖਣ ਯੋਗ ਜੋ ਮਾਈ ਸੀ, ਵੇਖਣ ਵਾਲੀ ਸੀ, ਜੋ ਉਸ ਵੇਖਣ ਵਾਲੀ ਮਾਈ ਨੂੰ ਨਿਰਖ ਰੂਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਵਿੱਚ ਮਿਲਾ ਲੈਣਾ ਕੀਤਾ। ਉਹਨੂੰ ਉਹਦਾ ਅਭੇਦ ਕਰ ਲਿਆ। ਉਹਨੂੰ ਕਹਿ ਦਿੱਤਾ ਸੀ ਮਾਈ ਤੂੰ 15 ਦਿਨਾਂ ਨੂੰ ਜਿਹੜਾ ਹੈ ਸਰੀਰ ਛੱਡ ਜਾਣਾ ਹੈ, ਅੰਤ ਵੇਲੇ ਸਾਡੇ ਵਿੱਚ ਸਮਾ ਜਾਣਾ ਆ ਕੇ। ਇਸ ਤਰ੍ਹਾਂ ਉਹਨੂੰ ਮਿਲਾ ਲਿਆ ਸੀ। ਸੋ ਇਸੇ ਪ੍ਰਕਾਰ ਫਰਮਾਉਂਦੇ ਹਨ ਭਗਤ ਜੀ ਮਹਾਰਾਜ, ਤਬਲੇ ਨਿਰਖ ਹੈ ਨਿਰਖ ਮਿਲਾਵਾ। ਨੰਨੇ ਸ਼ਬਦੋਂ ਪੜ੍ਹੋ।
ਨੰਨਾ ਨਿਸ ਦਿਨ ਨਿਰਖਤ ਜਾਈ। ਨੰਨੇ ਅੱਖਰ ਦੇ ਦੁਆਰਾ ਅੰਤਰੀ ਭਾਵਨਾ ਕਥਨ ਕਰਦੇ ਭਗਤ ਜੀ ਵੀ ਜਿਹੜੇ ਰਾਤ ਦਿਨ ਆਪਣੇ ਪਰਮੇਸ਼ਰ ਦੇ ਪਿਆਰੇ ਨੂੰ ਵੇਖਣਾ ਚਾਹੁੰਦੇ ਨੇ ਤਾਂ ਰਾਤ ਦਿਨ ਦਾ ਸਮਾਂ ਬਤੀਤ ਹੋ ਜਾਂਦਾ ਵੇਖਦਿਆਂ ਵੇਖਦਿਆਂ। ਨਿਰਖਤ ਨੈਣ ਰਹੇ ਰਤਵਾਈ। ਜਿਸ ਕਰਕੇ ਵੇਖਣ ਲਈ ਉਹਨਾਂ ਦੇ ਜਿਹੜੇ ਮਨਬੁੱਧ ਰੂਪੀ ਨੇਤਰ ਆ, ਵਿਵੇਕ ਵਿਰਾਗ ਰੂਪੀ ਨੇਤਰ ਆ, ਉਹ ਪ੍ਰੇਮ ਦੀ ਲਾਲੀ ਦੇ ਸਹਿਤ ਹੋ ਜਾਂਦੇ ਹਨ। ਨਿਰਖਤ ਨਿਰਖਤ ਜਬ ਜਾਏ ਪਾਵਾ। ਉਹ ਜਦੋਂ ਮਨ ਬੁੱਧ ਰੂਪੀ ਨੇਤਰਾਂ ਨਾਲ ਵੇਖਦੇ ਆ, ਜਦੋਂ ਵਿਵੇਕ ਤੇ ਵਿਰਾਗ ਰੂਪੀ ਨੇਤਰਾਂ ਨਾਲ ਵੇਖਦੇ ਆ, ਆਪਣੇ ਸਾਧ ਸੰਗਤ ਜੀ ਜਾਏ ਕਹੀਏ ਸਰੂਪ ਰੂਪੀ ਜਗ੍ਹਾ ਨੂੰ ਪਾ ਲੈਂਦੇ ਆ, ਤਦੋਂ ਨਿਹਾਲ ਹੋ ਜਾਂਦੇ। ਮਨ ਤੇ ਬੁੱਧ ਇਹ ਦੋ ਨੇਤਰ ਇਹਦੇ ਵਿੱਚ ਵਿਚਾਰ ਦੀ ਨਿਗਾਹ ਨਾਲ ਜਦੋਂ ਵੇਖਦੇ ਆ ਆਪਣੇ ਸਰੂਪ ਘਰ ਨੂੰ, ਜਦੋਂ ਵਿਵੇਕੀ ਹੋ ਕੇ ਆਤਮਾ ਪਰਮਾਤਮਾ ਇੱਕੋ ਕਰੀ ਦੀ ਦ੍ਰਿਸ਼ਟੀ ਨਾਲ ਵੇਖਦੇ ਆ, ਜਦੋਂ ਵਿਰਾਗੀ ਹੋ ਕੇ ਦੇਖਦੇ ਆ, ਇਸ ਤਰ੍ਹਾਂ ਵੇਖਦਿਆਂ ਵੇਖਦਿਆਂ ਜਿਹੜੀ ਸਰੂਪ ਰੂਪੀ ਜਗ੍ਹਾ ਨਾ, ਆਤਮ ਸਰੂਪ ਜਿਹੜਾ ਸਾਡਾ ਸਵੈ ਸਰੂਪ ਆ, ਉਸ ਸਵੈ ਸਰੂਪ ਦੀ ਜਗ੍ਹਾ ਨੂੰ ਪਾ ਲੈਂਦੇ ਹਨ ਪਿਆਰੇ। ਤਬਲੇ ਨਿਰਖ ਹੈ ਨਿਰਖ ਮਿਲਾਵਾ। ਤਦੋਂ ਉਹ ਜਿਹੜਾ ਐਸਾ ਬ੍ਰਹਮ ਗਿਆਨੀ ਹੈ, ਵੇਖਣ ਜਿਹੜਾ ਦੇਖਣ ਯੋਗ ਸੀ ਨਾ ਜੀਵ ਭਾਵ ਆਪਣਾ, ਉਹਦੀ ਲੈਤਾ ਕਰਕੇ, ਉਹਨੂੰ ਲੈ ਕਰਕੇ, ਉਹਦਾ ਲੈ ਚਿੰਤਨ ਕਰਕੇ ਨਿਰਖ ਜੋ ਬ੍ਰਹਮ ਰੂਪ ਵੇਖਣੇ ਯੋਗ ਉਹਦੇ ਵਿੱਚ ਮਿਲਾ ਲੈਂਦੇ ਹਨ। ਇਸੇ ਪ੍ਰਕਾਰ ਵੀ ਜਿਹੜੇ ਆਪਣੇ ਸਰੂਪ ਰੂਪੀ ਘਰ ਦੀ ਜਗ੍ਹਾ ਨੂੰ ਪਾ ਲੈਂਦੇ ਆ, ਫਿਰ ਤਦੋਂ ਜਿਹੜਾ ਪਰਮੇਸ਼ਰ ਹੈ ਵੇਖਣ ਯੋਗ ਜੀਵ ਨੂੰ ਉਹਦੀ ਲੈਤਾ ਆਪਣੇ ਵਿੱਚ ਨਿਰਖ ਵੇਖਣ ਯੋਗ ਜੋ ਬ੍ਰਹਮ ਹੈ ਉਹ ਆਪਣੇ ਵਿੱਚ ਮਿਲਾ ਲੈਂਦਾ ਹੈ, ਉਹਨਾਂ ਨੂੰ ਅਭੇਦ ਕਰ ਲੈਂਦਾ ਹੈ। ਜਿਸ ਤਰ੍ਹਾਂ ਰੋਜ਼ ਹੀ ਪ੍ਰਮਾਣ ਆਪਾਂ ਸੁਣਦੇ ਹਾਂ, ਰਹਿਰਾਸ ਸਾਹਿਬ ਵਿੱਚ ਪੜ੍ਹਿਆ ਹੀ ਜਾਂਦਾ ਹੈ ਕਿ ਹਰ ਹਰ ਜੰਦੂ ਏਕ ਹੈ ਬਿਗ ਵਿਚਾਰ ਕਛ ਨਾਹੇ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਹੇ। ਉਹ ਵਿੱਚੇ ਸਮਾ ਜਾਂਦੇ ਜਿਵੇਂ ਜਲ ਦੀਆਂ ਤਰੰਗਾਂ ਲਹਿਰਾਂ ਉਹ ਜਲ ਦਾ ਰੂਪ ਹੁੰਦੀਆਂ, ਜਲ 'ਚ ਹੀ ਸਮਾ ਜਾਂਦੀਆਂ। ਇਸੇ ਤਰ੍ਹਾਂ ਜਦੋਂ ਆਤਮਾ ਕੀ ਹੈ, ਪਰਮਾਤਮਾ ਦਾ ਰੂਪ ਹੈ, ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਉਹ ਫਿਰ ਜਦੋਂ ਸਵੈ ਸਰੂਪੀ ਘਰ ਨੂੰ ਪਾ ਲੈਂਦੇ ਆ ਤੇ ਫਿਰ ਪਰਮੇਸ਼ਰ ਜਿਹੜਾ ਦੇਖਣ ਯੋਗ ਬ੍ਰਹਮ ਹੈ ਉਹ ਨਿਰਖੇ ਦੇਖਣ ਯੋਗ ਜੀਵ ਨੂੰ ਆਪਣੇ ਵਿੱਚ ਹੀ ਜਿਹੜਾ ਹੈ ਮਿਲਾ ਲੈਣਾ ਕਰਦਾ ਹੈ। ਪੱਪਾ ਅਪਾਰ ਪਾਰ ਨਹੀਂ ਪਾਵਾ। ਪੱਪੇ ਅੱਖਰ ਦੇ ਦੁਆਰਾ ਕਥਨ ਕਰਦੇ ਆ ਭਗਤ ਮਹਾਰਾਜ, ਕਹਿੰਦੇ ਭਾਈ ਵੇਖੋ हे ਕਾਜੀ हे ਮੁੱਲਾ, ਪੱਪੇ ਅੱਖਰ ਦਾ ਇਹ ਉਪਦੇਸ਼ ਹੈ ਜੋ ਪਰ ਅਪਾਰ, ਜੋ ਪ੍ਰਕਿਰਤੀ ਤੋਂ ਪਰੇ ਹੈ ਨਾ ਪਰਮਾਤਮਾ। ਪ੍ਰਕਿਰਤੀ ਦਾ ਅਰਥ ਕਈ ਹੈ, ਪ੍ਰਕਿਰਤੀ ਦਾ ਅਰਥ ਸਿੱਧਾ ਜੋ ਮਾਇਆ ਤੋਂ ਪਰੇ ਹੈ ਪਰਮੇਸ਼ਰ, ਉਸ ਦਾ ਪਾਰ ਨਹੀਂ ਕਿਸੇ ਨੇ ਪਾਇਆ ਅਜੇ ਤੱਕ, ਤੇ ਨਾ ਕੋਈ ਪਾ ਹੀ ਸਕਦਾ, ਨਾ ਪਾਇਆ ਹੀ ਜਾ ਸਕਦਾ ਹੈ। ਉਹ ਅਪਾਰ ਜਿਹੜਾ ਆਤਮਾ ਰੂਪ ਹੋ ਕੇ ਮਨ ਬੁੱਧੋਂ ਪਰੇ ਹੈ, ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਸ ਪੱਪੇ ਦਾ ਤੁਹਾਨੂੰ ਇਹ ਉਪਦੇਸ਼ ਦਿੰਦੇ ਆ ਭਾਈ ਸੁਣੋ। ਜੇ ਪਾਠ ਅਬਰ ਕਰ ਦਈਏ ਤੇ ਇਹਦਾ ਅਰਥ ਬਣਦਾ ਬ੍ਰਹਮਾ। ਜਿਸ ਪਰਮੇਸ਼ਰ ਦਾ ਬ੍ਰਹਮਾ ਨੇ, शिव जी ने, विष्णु भगवान ने, पौन देवते ने, बसंतर देवता ने, अग्नि देवता ने, पैगंबरां ने जिहदा पारावार नहीं पाया। जो ब्रह्मा कमल की नाली विच डिग के 18 युग ठा जांदा रहा ते फिर बेनती कीती है परमेश्वर ये अंध गवार चों मैनूं कढ ला। मैं कहना मेरे तो बिना होर कोई नहीं, मेरे तो अपना आप नहीं दिखण दिया नाली दे विच, मैं तो ऐसा फस गया अंध गुबार च। हे परमेश्वर मैनू कढ। 18 युग नीवा जांदा रहा, 18 युग तां आउंदिआं नूं लग गई सी, पारावार नहीं पा सकिया। जिस परमेश्वर दा पारावार शिव जी भगवान नहीं पा सकिया, अपना अंगूठा बर्फ विच गड्ढ करके तपस्या करदा 88 हज़ार वरा, ते तपस्या कर करके अपना खून भी सवाह कर लिया, हजे तक पारावार नहीं पाया जा सकिया। जिस परमेश्वर का पारावार वेख लो
ਵਿਸ਼ਨੂੰ ਭਗਵਾਨ ਗਿਆਨ ਸਥਿਤ ਵਿੱਚ 24 ਘੰਟੇ ਰਹਿੰਦੇ, ਪਾਰਾਵਾਰ ਨਹੀਂ ਪਾ ਸਕੇ। ਇੰਦਰ ਦੇਵਤਾ ਪਾਰਾਵਾਰ ਨਹੀਂ ਪਾ ਸਕਿਆ। ਉਹਦੇ ਬਲ ਕੇ ਉਹਦੇ ਜਿਹੜੇ ਭਗਤ ਹੈ ਨਾ, ਭਗਤ ਪ੍ਰਹਿਲਾਦ ਹੋਣੀ, ਉਹ ਭਗਤ ਮਹਾਰਾਜ ਵੀ ਪਰਮੇਸ਼ਰ ਦੇ ਕੀ ਪਾਰਾਵਾਰ ਪਾਉਣਾ, ਉਹਦੀ ਇੱਕ ਸੋਟੀ ਦਾ ਪਾਰਾਵਾਰ ਨਹੀਂ ਪਾ ਸਕੇ। ਉਹਦੀ ਸੁੱਟੀ ਹੋਈ ਸੋਟੀ ਦੇ ਭਾਰ ਦਾ ਪਾਰਾਵਾਰ ਨਹੀਂ ਪਾ ਸਕੇ। ਉਹ ਤੇ ਜਿਹਦਾ ਪਾਰਾਵਾਰ ਕਿਸੇ ਨੇ ਨਹੀਂ ਪਾਇਆ ਹੈ, ਭਗਤ ਜੀ ਦੱਸ ਰਹੇ ਹੈ ਇਹ ਬੜਾ ਵਿਸਥਾਰ ਨਾਲ। ਉਹ ਜੋ ਪ੍ਰਕਿਰਤੀ ਤੋਂ ਪਰੇ ਪਰਮੇਸ਼ਰ, ਜਿਹਦਾ ਪਾਰਾਵਾਰ ਪਾਇਆ ਨਹੀਂ ਜਾ ਸਕਦਾ, ਤੇ ਜਿਹਦਾ ਪਾਰਾਵਾਰ ਵੇਖੋ ਕਿਸੇ ਵੀ ਦੇਵਤੇ ਨੇ ਨਹੀਂ ਪਾਇਆ। ਪਾਰਾਵਾਰ ਪਾਉਣ ਲਈ ਬਹੁਤ ਸਾਧ ਸੰਗਤ ਜੀ ਅੱਜ ਵੀ ਲੋਕ ਲੱਗੇ ਹੋਏ ਆ। ਉਦੋਂ ਦੇਵਤਿਆਂ ਦਾ ਵੀ ਇਹੋ ਹਾਲ ਹੋਇਆ ਸੀ, ਦੇਵਤੇ ਵੀ ਇਹੀ ਕੰਮ ਕਰਦੇ, ਪਾਰਾਵਾਰ ਪਾਉਣ ਤੁਰ ਪੈਂਦੇ ਆ, ਪਰ ਪਾਇਆ ਨਹੀਂ ਜਾ ਸਕਦਾ। ਇੱਕ ਵਾਰ ਜਿਹੜਾ ਇੰਦਰ ਦੇਵਤਾ ਨੂੰ ਬੜਾ ਮਾਣ ਹੋ ਗਿਆ, ਕਹਿੰਦਾ ਵੀ ਉਹ ਮੇਰੇ ਤੋਂ ਬਿਨਾ ਹੋਰ ਕੋਈ ਕਿਹੜਾ, ਐਵੇਂ ਕਹਿੰਦੇ ਪਰਮੇਸ਼ਰ ਹੈ, ਉਹ ਪਾਰਾਵਾਰ ਤੋਂ ਰਹਿਤ ਹੈ, ਕਹਿੰਦੇ ਮੈਂ ਹੀ ਪਰਮੇਸ਼ਰ ਹਾਂ, ਮੇਰੇ ਤੋਂ ਬਿਨਾ ਹੋਰ ਦੂਜਾ ਕੋਈ ਹੈਗਾ ਹੀ ਨਹੀਂ। ਕਹਿੰਦਾ ਵੇਖੋ ਅਬ ਮੇਰੀ ਕਚਹਿਰੀ ਦੇ ਵਿੱਚ ਏਡੀ ਦੇਵਤੇ ਦੀ ਸਭਾ ਲੱਗੀ ਹੋਈ ਆ, ਮੇਰੇ ਤੋਂ ਵੱਡਾ ਕੋਈ ਹੋ ਸਕਦਾ? ਤੇ ਫਿਰ ਕਹਿਣ ਲੱਗਾ ਐ ਮਸਤੀ ਵਿੱਚ ਹੈ ਲੀਨ, ਹੰਕਾਰ ਵਿੱਚ, ਲਾਗੇ ਦੇਵਤਾ ਬੈਠਾ ਹੈ, ਪੌਣ ਦੇਵਤਾ ਜਿਹਨੂੰ ਹਵਾ ਕਹਿੰਦੇ ਆ, ਪਾਣੀ ਦੇਵਤਾ, ਅਗਨ ਦੇਵਤਾ, ਇਹ ਤਿੰਨੇ ਦੇਵਤੇ ਬੈਠੇ ਆ, ਇਹਨਾਂ ਨੂੰ ਵੀ ਬੜਾ ਮਾਣ ਹੈ, ਕਹਿੰਦੇ ਸਾਡੇ ਵਰਗਾ ਬਲੀ ਕੋਈ ਨਹੀਂ। ਪਰ ਉਹ ਪਰਮੇਸ਼ਰ ਨੂੰ ਇਹ ਹੰਕਾਰ ਨਹੀਂ ਨਾ ਪਾਉਂਦਾ। ਹੁਣ ਸਾਧ ਸੰਗਤ ਜੀ ਜਿਹੜੀ ਕੋੜ ਕਿਰਲੀ ਹੈ, ਸ਼ਤੀਨ ਨੂੰ ਉਹਨੇ ਜਫਾ ਪਾਇਆ ਹੋਇਆ, ਉਹ ਕੋੜ ਕਿਰਲੀ ਇਹ ਸੋਚਣ ਦੀ ਵੀ ਛਾਤੀ ਮੈਂ ਸੰਭਾਲੀ, ਉਹਦਾ ਭੁਲੇਖਾ ਹੀ ਹੈ ਨਾ। ਟਟੌਲੀ ਨੇ ਉਹਨੂੰ ਪੁੱਠੇ ਸੌਣ ਦੀ ਆਦਤ ਹੈ, ਉਹ ਸੋਚਦੀ ਹੈ ਵੀ ਅਸਮਾਨ ਮੈਂ ਥੰਮਿਆ ਦਾ ਭੁਲੇਖਾ ਹੀ ਹੈ ਨਾ, ਕਿਉਂਕਿ ਸਵੇਰੇ ਤੋਂ ਉੱਡ ਜਾਂਦੀ, ਸਵੇਰੇ ਕੌਣ ਥੰਮਦਾ। ਇਸੇ ਤਰ੍ਹਾਂ ਇਹ ਕਹਿੰਦੇ ਸਾਡੇ ਵਰਗਾ ਬਲੀ ਹੋਰ ਕੋਈ ਹੋ ਨਹੀਂ ਸਕਦਾ। ਇਹਨਾਂ ਦੇ ਮਾਣ ਨੂੰ ਪਰਮੇਸ਼ਰ ਨਾਸ ਕਰਨ ਵਾਸਤੇ ਨਾ ਵੀ ਭਾਈ ਤੁਸੀਂ ਤੇ ਕੁਝ ਵੀ ਨਹੀਂ ਜੇ, ਤੇ ਬੜਾ ਤੇਜਸਵੀ ਸਰੂਪ ਧਾਰ ਕੇ ਤੇ ਪਰਮੇਸ਼ਰ ਸਾਹਮਣੇ ਇੱਕ ਦੂਰ ਆਸਨ ਦੇ ਦੇਵਤਿਆਂ ਤੋਂ ਵੱਖਰਾ ਜਿਹਾ ਆਸਨ ਲਾ ਕੇ ਤੇ ਬਿਰਾਜਮਾਨ ਹੋ ਗਏ। ਬੜਾ ਤੇਜ ਸਰੂਪ ਹੈ। ਇਹ ਵੇਖ ਰਹੇ ਹੈ ਇੰਦਰ ਦੇਵਤਾ ਤੇਜ ਰੂਪ ਦੇਖ ਕੇ ਚੱਲ ਹੀ ਨਹੀਂ ਸਕਿਆ, ਜਰ ਨਹੀਂ ਸਕਿਆ, ਦਵੈਤਪੁਣਾ ਹੋਰ ਗਿਆ, ਈਰਖਾ ਫੁਰ ਗਈ। ਉਸ ਵੇਲੇ ਪੌਣ ਦੇਵਤੇ ਨੂੰ ਕਹਿਣ ਲੱਗਾ ਓਏ ਉਹ ਜਿਹੜਾ ਸਾਹਮਣੇ ਬੈਠਾ ਉਹ ਮਨੁੱਖ ਕੌਣ, ਉਹਨੂੰ ਪੁੱਛੋ। ਤੈਨੂੰ ਕਹਿ ਤੂੰ ਉੱਠ ਜਾ ਇੱਥੋਂ, ਇੱਥੇ ਬੈਠਾ ਕੀ ਕਰਦਾ, ਤੈਨੂੰ ਪਤਾ ਨਹੀਂ ਕੌਣ ਬੈਠਾ ਅੱਗੇ। ਪੌਣ ਦੇਵਤਾ ਗਿਆ, ਕਹਿੰਦਾ ਵੀ ਤੂੰ ਕੌਣ ਹੈ, ਤੈਨੂੰ ਪਤਾ ਨਹੀਂ ਸਾਡਾ ਸਾਹਮਣੇ ਰਾਜਾ ਬੈਠਾ, ਤੂੰ ਕਿਵੇਂ ਬੈਠਾ, ਇੱਥੋਂ ਉੱਠ ਜਾ, ਚਲਿਆ ਜਾ, ਚੰਗੀ ਗੱਲ ਹੀ। ਅੱਗੋਂ ਭਗਵਾਨ ਜੀ ਕਹਿਣ ਲੱਗੇ, ਪਰਮੇਸ਼ਰ ਕਹਿੰਦੇ ਵੀ ਤੂੰ ਕੌਣ ਹੈ, ਤੂੰ ਦੱਸ ਦੇ ਤੂੰ ਕੌਣ ਹੈ। ਤੇ ਕਹਿੰਦੇ ਵੀ ਅਸੀਂ ਕੋ ਉੱਠ ਕੇ ਜਾਈਏ। ਕਹਿੰਦਾ ਨਹੀਂ ਉੱਠ ਜਾਓ, ਨਹੀਂ ਤੇ ਮੈਂ ਪੌਣ ਦੇਵਤਾ ਹਾਂ, ਤੁਸੀਂ ਮੈਨੂੰ ਜਾਣਦੇ ਨਹੀਂ ਜੇ ਮੈਂ ਚਾਹਾਂ ਦੇ ਖੰਡ ਬ੍ਰਹਿਮੰਡ ਉਡਾ ਕੇ ਰੱਖ ਦੂੰ ਸਾਰੇ। ਪਰਮੇਸ਼ਰ ਕਹਿਣ ਲੱਗੇ ਅੱਛਾ। ਕਹਿੰਦੇ ਆ ਸਾਡੇ ਕੋਲ ਇੱਕ ਕੱਖ ਪਿਆ ਹੈ, ਜੇ ਤੂੰ ਇਹ ਕੱਖ ਨੂੰ ਉਡਾ ਦੇ ਨਾ ਤੇ ਅਸੀਂ ਉੱਠ ਕੇ ਚਲੇ ਜਾਵਾਂਗੇ। ਕਹਿੰਦਾ ਇਹ ਕਿਹੜੀ ਗੱਲ ਕਹੀ, ਕੱਖ ਮੈਂ ਖੰਡ ਬ੍ਰਹਿਮੰਡ ਉਡਾ ਦੂੰ। ਪਰਮੇਸ਼ਰ ਕਹਿੰਦੇ ਉਡਾ ਦੇ, ਅਸੀਂ ਉੱਠ ਕੇ ਚੱਲ ਜਾਂਦੇ ਹਾਂ। ਉਸ ਵੇਲੇ ਪੌਣ ਦੇਵਤੇ ਨੇ ਸਾਰੀ ਆਪਣੀ ਵਾਹ ਪੇਸ਼ ਲਾ ਦਿੱਤੀ ਤੇ ਸਾਧ ਸੰਗਤ ਜੀ ਕੱਖ ਨਹੀਂ ਉੱਥੋਂ ਹਿੱਲਿਆ, ਕੱਖ ਨੂੰ ਹਿਲਾ ਨਹੀਂ ਸਕਿਆ ਪੌਣ ਦੇਵਤਾ। ਅਖੀਰੀ ਹੱਥ ਜਿਹੜਾ ਸ਼ਰਮਿੰਦਾ ਜਿਹਾ ਹੋਇਆ ਵਾਪਸ ਆ ਗਿਆ ਤੇ ਆਪਣੀ ਗੱਲ ਨਹੀਂ ਦੱਸੀ ਵੀ ਮੈਂ ਹਾਰ ਗਿਆ। ਇੰਦਰ ਦੇਵਤੇ ਨੂੰ ਕਹਿੰਦਾ ਉਹ ਬੜਾ ਹਠੀਆ, ਉਹ ਨਹੀਂ ਉੱਠਦਾ, ਤੂੰ ਆਪੇ ਹੀ ਠਾਲਾ ਜਾ ਕੇ ਉਹ ਦੂਜੇ ਨੂੰ ਕਹਿ ਦੇ ਕਿਸੇ ਨੂੰ। ਉਸ ਵੇਲੇ ਵਰਣ ਦੇਵਤੇ ਪਾਣੀ ਦੇਵਤੇ ਨੂੰ ਕਿਹਾ, ਪਾਣੀ ਦੇਵਤੇ ਨੇ ਇਹੋ ਗੱਲ ਕਹੀ ਜਾਗਾ ਤੂੰ ਕੌਣ ਹੈ, ਤੂੰ ਉੱਠਦਾ ਨਹੀਂ ਹੈ, ਇਸ ਕੋ ਉੱਠ ਕੇ ਚਲਿਆ ਜਾ, ਸਾਡੇ ਰਾਜੇ ਸਾਹਮਣੇ ਬੈਠਾ, ਨਹੀਂ ਤੇ ਮੈਂ ਰੋੜ ਕੇ ਰੱਖ ਦਿਆਂਗਾ। ਭਗਵਾਨ ਜੀ ਕਹਿੰਦੇ ਵੀ ਤੂੰ ਕੌਣ ਹੈ। ਕਹਿੰਦਾ ਮੈਂ ਵਰਣ ਦੇਵਤਾ, 999 ਨਦੀਆਂ ਦਾ ਮਾਲਕ, 7 ਸਮੁੰਦਰਾਂ ਦਾ ਮਾਲਕ, ਮੈਂ ਸਭ ਕੁਝ ਰੋੜ ਕੇ ਰੱਖ ਦਿੰਦਾ, ਮੈਂ ਸੰਸਾਰ ਪੂਰਾ ਰੋੜ ਦੂੰ। ਭਗਵਾਨ ਜੀ ਕਹਿੰਦੇ ਉਹ ਤੂੰ ਤੇ ਕੱਖ ਵੀ ਨਹੀਂ ਰੋੜ ਸਕਦਾ। ਕਹਿੰਦਾ ਅੱਛਾ ਮੈਂ ਕਿਉਂ ਨਹੀਂ ਰੋੜ ਸਕਦਾ। ਕਹਿੰਦੇ ਰੋੜ ਕੇ ਦਿਖਾ, ਜੇ ਰੋੜ ਦੇਗਾ ਤੇ ਉੱਠ ਕੇ ਚਲੇ ਜਾਵਾਂਗੇ। ਉਸ ਵੇਲੇ ਇਹਨੇ ਸਾਧ ਸੰਗਤ ਸਾਰੀਆਂ ਦਰਿਆਵਾਂ ਨਦੀਆਂ ਨੂੰ ਪਰੇਰ ਕੇ ਹੜ੍ਹ ਵਗਾ ਦਿੱਤੇ, ਹੜ੍ਹਾਂ ਦੇ ਹੜ੍ਹ ਆ ਗਏ, ਮਾਤ ਲੋਕ ਸਾਰਾ ਹੀ ਜਿਹੜਾ ਹੈ ਤਹਿਸ਼ ਨਹਿਸ਼ ਕਰਨ ਪੈ ਗਿਆ ਹੈ। ਤੇ ਇਹ ਕਹਿੰਦਾ ਸਵਰਗ ਤੱਕ ਪਾਣੀ ਜਾਣਾ ਚਾਹੀਦਾ, ਕੱਖ ਰੋੜ ਕੇ ਰੱਖਣਾ ਹੈ, ਪਰ ਇੰਨਾ ਇਹਨੇ ਜਾਲਵਰ ਹੈ ਕੱਖ ਤੱਕ ਨਹੀਂ ਰੋੜ ਸਕਿਆ ਹੈ।
ਸ਼ਰਮਿੰਦਾ ਹੋਇਆ ਵੀ ਵਾਪਸ ਆ ਗਿਆ। ਉਹ ਨਹੀਂ ਜੀ ਮੁੜਦਾ, ਪਤਾ ਨਹੀਂ ਕੌਣ ਹਠਿਆ ਬੈਠਾ। ਅੱਗ ਦੇਵਤਾ ਆਇਆ, ਅੱਗ ਨੇ ਵੀ ਉਹੀ ਗੱਲ ਕਹੀ, ਤੂੰ ਕੌਣ ਹੈ? ਕਹਿੰਦੇ ਮੈਂ ਭਗਵਾਨ, ਮੈਂ ਤੇ ਤੈਨੂੰ ਦੱਸਾਂਗਾ ਬਾਅਦ ਚ, ਤੂੰ ਦੱਸ ਤੂੰ ਕੌਣ ਹੈ? ਕਹਿੰਦਾ ਮੈਂ ਅਗਨੀ ਦੇਵਤਾ, ਮੇਰੇ ਚ ਬਾਲ ਹੈ ਸਭ ਨੂੰ ਭਸਮ ਕਰਨ ਦਾ। ਕਹਿੰਦੇ ਆ ਕੱਖ ਨੂੰ ਬੜੀ ਛੇਤੀ ਕਹਿੰਦੇ ਅੱਗ ਲੱਗਦੀ, ਤੂੰ ਇਹਨੂੰ ਅੱਗ ਲਾ ਦੇ, ਤੇ ਜੇ ਅੱਗ ਲੱਗ ਜੂਗੀ ਸੜ ਜੂ ਤੇ ਅਸੀਂ ਚਲੇ ਜਾਵਾਂਗੇ। ਕਹਿੰਦਾ ਇਹ ਕਿਹੜੀ ਗੱਲ ਹੈ? ਅੱਗ ਦੇਵਤਾ ਨੇ ਆਪਣਾ ਪੂਰਾ ਜ਼ੋਰ ਲਾ ਲਿਆ। ਸਾਧ ਸੰਗਤ ਜੀ ਕੱਖ ਦਾ ਕੋਈ ਨਹੀਂ ਵਿਗੜਿਆ, ਕੱਖ ਉਸੇ ਤਰ੍ਹਾਂ ਹੀ ਰਿਹਾ। ਇਹ ਵਾਪਸ ਆ ਗਿਆ। ਕਹਿੰਦਾ ਇੰਦਰ ਦੇਵਤਾ ਜੀ ਉਹ ਤੇ ਬਹੁਤ ਸ਼ਕਤੀ ਵਾਲੇ, ਆਪਣੇ ਵੱਸ ਦੀ ਗੱਲ ਨਹੀਂ, ਉਹ ਨਹੀਂ ਉੱਠਦੇ, ਤੁਸੀਂ ਆਪ ਹੀ ਠਾਲੋ। ਉਸ ਵੇਲੇ ਨੇ ਦਰਸ਼ਨ ਕਰਨ ਦੀ ਇੱਛਾ ਕੀਤੀ ਇੰਦਰ ਦੇਵਤਾ ਵੀ ਮੈਂ ਵੇਖਾਂ ਕੌਣ ਜਾ ਕੇ, ਤੇ ਪਰਮੇਸ਼ਰ ਨੇ ਵਿਚਾਰਿਆ ਹੰਕਾਰੀ ਇਹਨੂੰ ਦਰਸ਼ਨ ਨਹੀਂ ਦੇਣਾ, ਇਹ ਪਾਰਾਵਾਰ ਪਾਉਂਦਾ ਫਿਰਦਾ। ਉਸ ਵੇਲੇ ਭਗਵਾਨ ਪਰਮੇਸ਼ਰ ਜਿਹੜੇ ਉੱਥੋਂ ਗੁਪਤ ਹੋ ਗਏ। ਇਹ ਗਿਆਨ ਨੂੰ ਦਰਸ਼ਨ ਹੀ ਨਾ ਹੋਇਆ। ਤੇ ਫਿਰ ਉਸ ਵੇਲੇ ਜੋ ਦਰਸ਼ਨ ਆਇਆ ਬੜਾ ਨਿੰਮੂ ਝੂਣਾ ਹੋਇਆ। ਫਿਰ ਪੌਣ ਦੇਵਤਾ, ਅਗਨੀ ਦੇਵਤਾ, ਬਸੰਤਰ ਦੇਵਤਾ ਸਾਰੇ ਮਿਲ ਕੇ ਸਾਰੇ ਜਸ ਕਰਨ ਲੱਗ ਪਏ, ਹੇ ਪਰਮੇਸ਼ਰ ਤੂੰ ਤੇ ਪਰੇ ਤੋਂ ਪਰੇ ਹੈ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਹੇ ਮਹਾਰਾਜ ਤੇ ਉਤੇ ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰਾ, ਤੇਰਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਸੀਂ ਕੀ ਆ ਜੀਵ ਵਿਚਾਰੇ, ਕੁਝ ਵੀ ਨਹੀਂ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ ਬੇਅੰਤ ਸਾਖੀਆਂ ਹੁੰਦੀਆਂ। ਤੇ ਪੈਗੰਬਰਾਂ ਨੇ ਵੇਖੋ ਊਠ ਦੀ ਜਿਹੜੀ ਕਤਾਰ ਜਾ ਰਹੀ ਸੀ ਉਹਦਾ ਹੀ ਪਾਰਾਵਾਰ ਨਹੀਂ ਪਾਇਆ ਸੀ, ਏਡੀ ਵੱਡੀ ਲਾਈਨ ਲੱਗੀ ਸੀ। ਸੋ ਭਗਤ ਮਹਾਰਾਜ ਜਿੱਥੇ ਕਹਿ ਰਹੇ ਹੈ ਪੱਪਾ ਅਪਾਰ ਪਾਰ ਨਹੀਂ ਪਾਵਾ, ਪੱਪੇ ਅੱਖਰ ਦੇ ਦੁਆਰਾ ਭਾਈ ਇਹ ਉਪਦੇਸ਼ ਸਾਰਿਆਂ ਨੂੰ, ਜੋ ਪ੍ਰਕਿਰਤੀ ਤੋਂ ਪਰੇ, ਮਾਇਆ ਤੋਂ ਪਰੇ, ਆਤਮਾ ਰੂਪ ਹੋ ਕੇ ਮਨ ਬੁੱਧ ਤੋਂ ਪਰੇ ਨਾ ਪਰਮੇਸ਼ਰ, ਜਿਹਦਾ ਪਾਰਾਵਾਰ ਨਾ ਕਿਸੇ ਨੇ ਪਾਇਆ ਤੇ ਨਾ ਪਾਇਆ ਹੀ ਜਾ ਸਕਦਾ ਹੈ। ਪਰਮ ਜੋਤ ਸਿਉ ਪਰਚਾ ਲਾਵਾ, ਉਸ ਪਰਮ ਜੋਤ ਵਿੱਚ ਭਾਈ ਆਪਣਾ ਜਿਹੜਾ ਹੈ ਨਾ ਲਾਵਾ ਕਹੀਏ ਪ੍ਰੇਮ ਦਾ ਪਰਚਾਉਣੀ ਲਾਉਣਾ ਕਰੋ। ਆਪਣਾ ਜਿਹੜਾ ਇਹ ਪ੍ਰੇਮ ਹੈ ਇਹ ਲਾਉਣਾ ਕਰੇ ਉਹ ਪਰਮ ਜੋਤ ਵਿੱਚ। ਉਹਦਾ ਪਾਰਾਵਾਰ ਕਿਸੇ ਨੇ ਕੀ ਪਾਉਣਾ? ਪਾਰਾਵਾਰ ਨਹੀਂ ਪਾਉਣ ਤੁਰਪਣਾ। ਆਪਣੀ ਜਿਹੜੀ ਜੋਤ ਆ ਨਾ ਉਹ ਪਰਮੇਸ਼ਰ ਦੇ ਵਿੱਚ ਮਿਲਾਉਣੀ ਹੈ, ਇਹ ਪਰਚਾਉਣੀ ਲਾਉਣਾ ਕਰੇ ਪ੍ਰੇਮ ਦੀ। ਕਿਉਂਕਿ ਉਹ ਪਰਮ ਜੋਤ ਮਾਲਕ ਜਿਹਦੀ ਜੋਤ ਵਿੱਚੋਂ 6 ਖੰਡ ਜੋਤੀਆਂ ਨਿਕਲ ਰਹੀਆਂ ਹੈ, ਤੇ ਜੋ ਮਾਲਕ ਦੀ ਜੋਤ ਸਾਰੇ ਜੜ ਚੇਤਨ ਵਿੱਚ ਵਰਤ ਰਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਪਰਮ ਜੋਤ ਹੈ ਪਰਮੇਸ਼ਰ। ਸੂਰਜ ਕਾਲਾ ਤਵਾ ਹੈ, ਚੰਦਰਮਾ ਕਾਲਾ ਤਵਾ ਹੈ, ਇਹ ਤਾਰੇ ਜਿਹੜੇ ਹੈ ਇੱਕ ਕਾਲੇ ਮੋਤੀ ਹੈ। ਜੇ ਪਰਮੇਸ਼ਰ ਆਪਣੀ ਜੋਤ ਖਿੱਚ ਲੇ ਤੇ ਕਾਲੇ ਤਵੇ ਹੋ ਜਾਂਦੇ ਹੈ। ਇਸੇ ਤਰ੍ਹਾਂ ਜੀਵਾਂ ਦੀ ਬੁੱਧੀਆਂ ਵਿੱਚ ਪਰਮੇਸ਼ਰ ਦਾ ਪ੍ਰਕਾਸ਼ ਹੋ ਰਿਹਾ। ਉਹ ਜਿਹੜੀ ਪਰਮ ਜੋਤੀ ਹੈ, ਜਿਹੜੀ ਇੱਥੇ ਜੀਵ ਦੇ ਦਸਮ ਦਵਾਰ ਵਾਲੇ ਹਿੱਸੇ ਤੇ ਹੈ, ਜਿਹੜੀ ਮਨ ਬੁੱਧ ਤੋਂ ਪਰੇ ਹੈ, ਜੋ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਨਾ ਮਨ ਦਾ ਹੀ ਵਿਸ਼ਾ ਹੈ, ਉਹਦੇ ਵਿੱਚ ਆਪਣਾ ਪ੍ਰੇਮ ਲਾਉਣਾ ਕਰੇ। ਇਹ ਜੋਗੀ ਜਨ ਜਿਹੜੇ ਅਭਿਆਸ ਕਰਦੇ ਰਹੇ, ਜਿਹੜੇ ਯੋਗਾ ਅਭਿਆਸੀ ਪਰਮੇਸ਼ਰ ਜੋੜਨ ਵਾਲੇ ਆ, ਇਹ ਸਾਧ ਸੰਗਤ ਜੀ ਜੋਤ ਨੂੰ ਮਨ ਬੁੱਧ ਤੋਂ ਪਰੇ ਕਿਉਂ ਗਿਆ? ਇਹ ਜੋਤ ਇੱਥੇ ਮੱਥੇ ਜਿੱਥੇ ਆਗਿਆ ਚੱਕਰ ਹੈ ਨਾ, ਛੇਵਾਂ ਚੱਕਰ ਜਿੱਥੇ ਗੁਰੂ ਦਾ ਵਾਸਾ, ਇੱਥੇ ਜੋਤ ਜਗਦੀ ਸਿਰ ਦੇ ਵਿੱਚ। ਤੇ ਇੱਥੇ ਹੁਣ ਇੱਥੇ ਅੱਖਾਂ ਦੇ ਬਾਹਰ ਬਹਿੰਦੀਆਂ, ਉਹ ਜੋਤ ਅੰਦਰ ਹੈ, ਮਨ ਬਾਹਰ ਭਜਦਾ। ਜਦੋਂ ਮਨ ਰੁਕ ਜਾਂਦਾ ਤਾਂ ਮਨ ਗੁਪਤ ਹੋ ਜਾਂਦਾ, ਲੀਨ ਹੋ ਜਾਂਦਾ। ਇਸ ਕਰਕੇ ਉੱਥੇ ਤੱਕ ਮਨ ਵੀ ਨਹੀਂ ਪਹੁੰਚਦਾ। ਉਹ ਜੋਤ ਸੁੱਤੇ ਹਿੱਸੇ ਦੀ ਪ੍ਰਕਾਸ਼ ਹੈ। ਉਹ ਪਰਮ ਜੋਤ ਵਿੱਚ ਆਪਣਾ ਪ੍ਰੇਮ ਲਾਉਣਾ ਕਰੇ। ਪਾਂਚਾ ਇੰਦਰੀ ਨਿਗ੍ਰਹ ਕਰਹੀ, ਤੇ ਕਰੇ ਕੀ? ਜਿਹੜੀਆਂ ਪੰਜੇ ਇੰਦਰੀਆਂ ਗਿਆਨ ਇੰਦਰੀਆਂ, ਉਹ ਜਿਹਦੇ ਇੰਦਰੀਆਂ 10 ਹੈ ਤੇ ਇਹ 5 ਇੰਦਰੀਆਂ ਭਗਤ ਮਹਾਰਾਜ ਜੀ ਕਥਨ ਕਰ ਰਹੇ ਹੈ। 5 ਗਿਆਨ ਇੰਦਰੀਆਂ, ਅੱਖਾਂ, ਨੱਕ, ਕੰਨ, ਚਮੜੀ ਤੇ ਰਸਨਾ, ਜਿਨ੍ਹਾਂ ਤੋਂ ਸਾਨੂੰ ਗਿਆਨ ਹੋਵੇ ਉਹ ਗਿਆਨ ਇੰਦਰੀਆਂ, ਜਿਨ੍ਹਾਂ ਨਾਲ ਕਰਮ ਕਰੀਏ ਉਹ ਕਰਮ ਇੰਦਰੀਆਂ। ਇਹ ਪੰਜੇ ਗਿਆਨ ਇੰਦਰੀਆਂ ਦਾ ਨਿਗ੍ਰਹ ਕਰੇ, ਇਹਨੂੰ ਰੋਕਣਾ ਕਰੇ ਵਿਸ਼ਿਆਂ ਵੱਲੋਂ। ਅੱਖਾਂ ਰੂਪ ਦੇਖ ਕੇ ਖੁਸ਼ ਹੈ, ਕੰਨ ਵੰਨ ਸੁਵੰਨੇ ਸ਼ਬਦ ਸੁਣ ਕੇ ਖੁਸ਼ ਹੈ, ਰਸਨਾ ਖੱਟੇ ਮਿੱਠੇ ਤਿੱਖੇ ਰਸ ਖਾ ਕੇ ਖੁਸ਼ ਹੈ, ਚਮੜੀ ਜਿਹੜੀ ਵੰਨ ਸੁਵੰਨਾ ਨਰਮ ਭਾਲਦੀ ਹੈ, ਠੰਡ ਵਿੱਚ ਗਰਮ, ਗਰਮੀ ਵਿੱਚ ਠੰਡ ਭਾਲਦੀ ਹੈ। ਇਸੇ ਤਰ੍ਹਾਂ ਨੱਕ ਸੁਗੰਧੀ ਭਾਲਦਾ ਹੈ ਚੰਗੀ ਚੰਗੀ। ਇਹਨੂੰ 5 ਵਿਸ਼ੇ ਲੱਗੇ ਹੋਏ ਹੈ। ਜਿਹੜੇ 5 ਇੰਦਰੀਆਂ ਦੇ 5 ਵਿਸ਼ੇ ਹੈ, ਇਹਨਾਂ ਨੂੰ ਰੋਕਣਾ ਕਰੇ।
ਪਰ ਤੇਰੇ ਰੂਪ ਨਾ ਵੇਖੈ ਨੇਤਰ। ਇਹ ਗੁਰੂ ਅੱਗੇ ਬੇਨਤੀ ਕਰਕੇ ਦਾਦ ਲਵੇ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਕੰਨਾਂ ਨਾਲ ਨਿੰਦਾ ਨਾ ਸੁਣੇ। ਜ਼ੁਬਾਨ ਨਾਲ ਕਿਸੇ ਦੀ ਨਿੰਦਾ ਨਾ ਕਰੇ। ਚਮੜੀ ਨਾਲ ਸਪਰਸ਼ ਸੰਬੰਧ ਨਾ ਕਰੇ, ਪਰ ਇਸਤਰੀ ਗਮਨ ਨਾ ਕਰੇ। ਇਸ ਪ੍ਰਕਾਰ ਇੰਦਰੀਆਂ ਨੂੰ ਰੋਕ ਕੇ ਰੱਖਣਾ ਕਰੇ। ਜਾਂ ਇਸ ਪ੍ਰਕਾਰ ਵੀ ਆਉਂਦਾ ਅਧਿਆਤਮ ਪ੍ਰਕਾਸ਼ 'ਚ, ਇਹ ਪੰਜ ਇੰਦਰੀਆਂ ਕੀ ਹੈ? ਇਹ ਸਥੂਲ ਸਰੀਰ ਜਿਹੜਾ ਸਾਡਾ ਸਾਹਮਣੇ ਦਿਖ ਰਿਹਾ ਪੰਜ ਤੱਤਾਂ ਦਾ, ਇਹ ਹੈ ਥਾਲੀ। ਪੰਜ ਵਿਸ਼ੇ ਕੀ ਆ? ਭੋਜਨ। ਤੇ ਇੰਦਰੀਆਂ ਜਿਹੜੀਆਂ ਪੰਜ ਗਿਆਨ ਇੰਦਰੀਆਂ, ਇਹ ਹੱਥ ਹੈ, ਮਨ ਬੁੱਧ, ਇਹਨਾਂ ਦੇ ਰਾਹੀਂ ਸਵਾਦ ਚੱਖ ਰਿਹਾ ਹੈ। ਰੱਜਦਾ ਕੌਣ ਹੈ? ਜ਼ਬਾਨ ਥੋੜੀ ਰੱਜਦੀ ਹੈ, ਮਨ ਜਾ ਕੇ ਰੱਜਦਾ ਹੈ। ਮਨ ਦੀ ਤ੍ਰਿਪਤੀ ਹੁੰਦੀ ਹੈ। ਆਪਾਂ ਜਦੋਂ ਖਾ ਲੈਨੇ ਕਹਿੰਦੇ ਨਾ ਅੱਜ ਤੇ ਮੇਰਾ ਮਨ ਰੱਜ ਗਿਆ ਹੈ, ਮਨ ਰੱਜਦਾ ਹੈ। ਨਾ ਤੇ ਆਤਮਾ ਰੱਜਦੀ ਹੈ ਤੇ ਨਾ ਹੀ ਸਾਧ ਸੰਗ ਦੀ ਜ਼ਬਾਨ ਹੀ ਰੱਜਦੀ, ਰੱਜਦਾ ਹੈ ਮਨ। ਇਹ ਮਨ ਦੀਆਂ ਪੰਜ ਇੰਦਰੀਆਂ ਨੂੰ ਰੋਕ ਕੇ ਰੱਖੇ, ਮਨ ਆਪਣੇ ਆਪ ਹੀ ਰੁਕ ਜਾਏਗਾ। ਜਦੋਂ ਮਨ ਨਿਗ੍ਰਹਿ ਹੋ ਗਿਆ, ਮਨ ਲੀਨ ਹੋ ਗਿਆ, ਤੇ ਮਨ ਦੀ ਲੀਨਤਾ ਦੇ ਨਾਲ ਕੀ ਹੋਵੇਗਾ? ਗਿਆਨ ਦੀ ਪ੍ਰਾਪਤੀ ਹੋਏਗੀ। ਜਿੰਨਾ ਚਿਰ ਮਨ ਜਿਉਂਦਾ ਨਾ, ਉਹਨਾਂ ਚਿਰ ਸਾਧ ਸੰਗਤ ਜੀ ਸੰਕਲਪ ਵਿਕਲਪ ਚੱਲੀ ਜਾਣੇ। ਕਿਉਂਕਿ ਜਿਹਦਾ ਜੋ ਕੰਮ ਹੁੰਦਾ ਨੇ ਕਰੀ ਜਾਣਾ। ਨਬਜ ਦਾ ਕੰਮ ਚੱਲਣਾ, ਇਹ ਚੱਲੀ ਜਾਂਦੀ। ਜਦੋਂ ਬੰਦ ਹੋ ਗਈ ਉਦੋਂ ਸਵਾਸ ਪੂਰੇ। ਇਸ ਪ੍ਰਕਾਰ ਮਨ ਦਾ ਕੰਮ ਕੀ? ਸੰਕਲਪ ਕਰੀ ਜਾਣੇ। ਇੱਕ ਖਿਆਲ, ਵਿਕਲਪ ਕਈ ਤਰ੍ਹਾਂ ਦੇ ਖਿਆਲ ਹੈ। ਆ ਓ ਇਹ ਉਹ, ਇਹਨੇ ਕਰੀ ਜਾਣਾ। ਜਦੋਂ ਇਹ ਜੀ ਪਿਆ, ਜਿੱਥੇ ਲੀਨ ਹੋ ਗਿਆ ਤੇ ਉਥੇ ਸਮਝ ਲਓ ਇਹਦਾ ਨਾਸ ਹੈ, ਇਹਦੀ ਸਮਾਇਤਾ ਹੈ। ਜਦੋਂ ਇਹ ਸਮਾ ਗਿਆ ਉਦੋਂ ਕੀ ਹੋਏਗਾ? ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਇਸ ਪ੍ਰਕਾਰ ਪੰਜੋ ਇੰਦਰੀਏ, ਪੰਜੇ ਇੰਦਰੀਆਂ ਵਿਸ਼ਿਆਂ ਵੱਲ ਜਾਂਦੀਆਂ ਭੱਜ ਭੱਜ ਕੇ। ਇਹਨਾਂ ਪੰਜਾਂ ਇੰਦਰੀਆਂ ਨੂੰ ਇਹ ਅੰਤਰਮੁਖ ਕਰਕੇ ਤੇ ਇਹਨੂੰ ਲੀਨ ਕਰੇ, ਅੰਤਰਮੁਖ ਕਰੇ, ਬਹਿਰਮੁਖ ਨਾ ਰਹਿਣ ਦੇਵੇ। ਇਸ ਤਰ੍ਹਾਂ ਰੋਕ ਕੇ ਰੱਖੇ ਵਿਸ਼ਿਆਂ ਵੱਲੋਂ। ਪਾਪ ਪੁੰਨ ਦੋ ਨਿਰਵਰਈ। ਜਦੋਂ ਗਿਆਨ ਮਨ ਲੀਨ ਹੋ ਗਿਆ, ਗਿਆਨ ਦੀ ਪ੍ਰਾਪਤੀ ਹੋ ਗਈ, ਜਦੋਂ ਬ੍ਰਹਮ ਗਿਆਨੀ ਹੋ ਗਿਆ, ਉਦੋਂ ਪਾਪ ਤੇ ਪੁੰਨ ਦੋਵਾਂ ਦੀ ਨਿਵਰਤੀ ਹੋ ਜਾਂਦੀ। ਉਦੋਂ ਨਾ ਪਾਪ ਰਹਿੰਦੇ ਨਾ ਪੁੰਨ ਰਹਿੰਦੇ। ਜਿੱਦਾਂ ਹੁਣ ਅਸੀਂ ਪਿਛੇ ਬਹੁਤ ਪਾਪ ਕਰ ਚੁੱਕੇ ਹਾਂ, ਜੇ ਇਸ ਜਨਮ 'ਚ ਵੀ ਬ੍ਰਹਮ ਗਿਆਨ ਹੋ ਗਿਆ ਤੇ ਪਾਪ ਸਾਰੇ ਮਿਟ ਜਾਣੇ, ਨਾਲ ਪੁੰਨ ਹੀ ਨਿਵਰਤ ਹੋ ਜਾਣੇ। ਜਿਹੜੇ ਮੰਦ ਕਰਮ ਕਰਕੇ ਪਾਪ ਬਣੇ ਆ ਤੇ ਚੰਗੇ ਜਿਹੜੇ ਆਪਾਂ ਸਹਿਤ ਕਾਮਨਾ ਦੇ ਕਰਮ ਕੀਤੇ ਆ, ਜਿੱਦਾਂ ਗੁਰੂ ਘਰ ਕੋਈ ਲੰਗਰ ਲਾਏ ਆ, ਕੋਈ ਪਾਠ ਕਾਮਨਾ ਦੇ ਸਹਿਤ ਕੀਤੇ ਆ, ਜਾਂ ਕੋਈ ਬਾਹਰ ਕਿਸੇ ਨੂੰ ਕੱਪੜਾ ਦੱਠਾ ਦੇ ਦਿੱਤਾ ਹੈ, ਇਹ ਸਕਾਮ ਕਰਮ ਆ। ਤੇ ਇਹ ਕਾਮਨਾ ਰੱਖ ਕੇ ਜਿਹੜੇ ਕੀਤੇ ਆ, ਉਹਨਾਂ ਕਰਕੇ ਪੁੰਨ ਕਰਮ ਹੋ ਜਾਂਦੇ ਆ। ਤੇ ਪੁੰਨ ਪਾਪ ਜਿਹੜੇ ਆ ਸਾਧ ਸੰਗਤ ਜੀ, ਇਹ ਤੇ ਜੰਮਣ ਮਨ ਲਾਏ ਛੱਡਦੇ। ਜੇ ਪਾਪ ਹੈ ਤੇ ਪਾਪ ਦਾ ਫਲ ਨਰਕ ਹੈ, ਜੇ ਪੁੰਨ ਹੈ ਉਹਦਾ ਫਲ ਸਵਰਗ ਹੈ। ਜਦੋਂ ਪੁੰਨ ਦਾ ਫਲ ਸਵਰਗ 'ਚ ਖਤਮ ਹੋ ਗਿਆ, ਉਦੋਂ ਥੱਲੇ ਸੁੱਟ ਦਿੰਦੇ ਆ, ਭਾਈ ਤੇਰੀ ਉਮਰ ਪੂਰੀ ਹੋ ਗਈ, ਹੁਣ ਥੱਲੇ ਚੱਲ ਮਾਤ ਲੋਕ ਤੇ ਫਿਰ ਕੁਝ ਨਾ ਕੁਝ ਕਮਾਈ ਕਰ। ਇਸ ਤਰ੍ਹਾਂ ਬ੍ਰਹਮ ਗਿਆਨੀ ਜਦੋਂ ਗਿਆਨ ਪ੍ਰਾਪਤ ਹੋ ਜਾਂਦਾ, ਉਦੋਂ ਪਾਪ ਪੁੰਨ ਦੋਵੇਂ ਨਿਵਰਤ ਹੋ ਜਾਂਦੇ। ਕਾਰਨ ਕੀ ਹੈ? ਜਿਹੜੇ ਕਰਮ ਹੈ ਉਹ ਸਾਰੇ ਨਿਵਰਤ ਹੋ ਜਾਂਦੇ। ਜਿਹੜੇ ਅਸੀਂ ਪਿਛਲੇ ਜਨਮਾਂ 'ਚ ਕਰਮ ਕੀਤੇ ਉਹਨੂੰ ਸੰਚਿਤ ਕਰਮ ਕਿਹਾ ਜਾਂਦਾ। ਜਿਹੜੇ ਸਾਡੇ ਇਕੱਠੇ ਹੋਏ ਪਏ ਆ, ਉਹਨਾਂ ਇਕੱਠਿਆਂ 'ਚ ਜਿਹੜਾ ਇੱਕ ਕਰਮ ਫਲੀਭੂਤ ਹੋ ਕੇ ਜਿਹੜਾ ਸਾਨੂੰ ਜਨਮ ਦਿੰਦਾ, ਜਿਹਦਾ ਅਸੀਂ ਫਲ ਭੋਗਣਾ ਹੈ, ਹੁਣ ਉਹੀ ਭੋਗਣਾ ਹੀ ਭੋਗਣਾ। ਪ੍ਰਾਲਬਧ ਆਪਾਂ ਉਹਦੇ ਕਰਕੇ ਸਰੀਰ ਮਿਲਿਆ ਹੈ, ਤੇ ਉਹ ਪ੍ਰਾਲਬਧ ਵੀ ਭੋਗਣੀ ਹੈ। ਸੰਚਿਤ ਕਰਮ ਇਕੱਠੇ ਪਏ ਹੈ। ਜਿੰਨਾ ਚਿਰ ਗਿਆਨ ਨਹੀਂ ਹੁੰਦਾ ਅਸੀਂ ਕਰਮ ਕਰੀ ਜਾਂਦੇ ਹਾਂ। ਇੱਥੋਂ ਫੜ ਕੇ ਚੀਜ਼ ਦੂਜੇ ਥਾਂ ਰੱਖਣੀ, ਸਾਰੇ ਕਰਮ ਹੈ। ਜ਼ੁਬਾਨ ਤੋਂ ਬੋਲਣਾ, ਕੰਨਾਂ ਨਾਲ ਸੁਣਨਾ, ਸਾਰੇ ਕਰਮ ਹੈ। ਇਹ ਸਾਰੇ ਕਰਮ ਜਿਹੜੇ ਆ ਕਿਰਿਆਮਾਨ ਕਰਮ ਹੈ। ਪਰ ਜਿਸ ਦਿਨ ਬ੍ਰਹਮ ਗਿਆਨ ਹੋ ਗਿਆ, ਉਸ ਦਿਨ ਕਿਰਿਆਮਾਨ ਕਰਮ ਰਹਿਣਾ ਕੋਈ ਨਹੀਂ। ਪਾਠ ਕਰੀ ਜਾਂਦੇ ਹੋ, ਸੇਵਾ ਕਰੀ ਜਾਂਦੇ ਹੋ, ਤੁਰੇ ਫਿਰਦੇ ਹੋ, ਹੱਸ ਰਹੇ ਹੋ, ਨੱਚ ਰਹੇ, ਟੱਪ ਰਹੇ, ਕੋਈ ਕਰਮ ਨਹੀਂ ਰਹਿਣਾ ਉਦੋਂ। ਕਿਰਿਆਮਾਨ ਕਰਮ ਰਹਿਣਾ ਕੋਈ ਨਹੀਂ। ਤੇ ਜਿਹੜੇ ਸੰਚਿਤ ਕਰਮ ਇਕੱਠੇ ਹੋਏ ਪਏ, ਜਿਨ੍ਹਾਂ ਨੇ ਹਲੇ ਜਨਮ ਸਾਨੂੰ ਦੇਣਾ, ਉਹ ਸਾਰੇ ਨਾਸ ਹੋ ਜਾਣੇ ਆ। ਤੇ ਪ੍ਰਾਲਬਧ ਕਰਮ ਜਿਹੜੇ ਉਹਦੇ ਕਰਕੇ ਆਪਾਂ ਸਰੀਰ ਪਾਇਆ ਹੀ ਹੈ, ਉਹ ਉਦਾਂ ਨਿਵਰਤ ਹੋ ਜਾਣਾ ਭੋਗ ਕੇ। ਆ ਕਈ ਆਪਾਂ ਬ੍ਰਹਮ ਗਿਆਨੀ ਸੰਤ ਮਹਾਤਮਾ ਵੇਖਦੇ ਆ, ਉਹ ਫਿਰ ਕਈ ਲੋਕ ਪ੍ਰਸ਼ਨ ਉੱਤਰ ਕਰਦੇ, ਕਹਿੰਦੇ ਵੇਖੋ ਇੰਨਾ ਇਹ ਤਪਸਵੀ ਸੰਤ ਤੇ ਇਹਦੀ ਕਿੰਨੀ ਬੁਰੀ ਹਾਲਤ ਹੋ ਕੇ ਸਰੀਰ ਛੱਡਿਆ। ਉਹ ਤੇ 3-4 ਮਹੀਨੇ ਹਸਪਤਾਲ ਹੀ ਰਿਹਾ ਸੰਤ। ਉਹ ਭਾਈ ਉਹ ਸਰੀਰ ਹੀ ਪ੍ਰਾਲਬਧ ਕਰਕੇ ਹੀ ਭੋਗਣ ਵਾਸਤੇ ਮਿਲਿਆ ਸੀ, ਉਹਦੇ ਭੋਗਣੀ ਸੀ।
ਸਭ ਕੁਝ ਮਹਾਤਮਾ ਇੱਥੇ ਕਲੀਅਰ ਕਰ ਜਾਂਦੇ, ਸਮਾਪਤ ਕਰ ਜਾਂਦੇ। ਤੇ ਗਿਆਨ ਜਦੋਂ ਹੋ ਗਿਆ ਉਹ ਪਾਪ ਪੁੰਨ ਦੇ ਇਸ ਤਰ੍ਹਾਂ ਸਾਧ ਸੰਗਤ ਜੀ ਸਾੜ ਦਿੰਦਾ, ਜਿਵੇਂ ਡੱਬੀ ਦੀ ਤਿਉੜ ਨਿੱਗੀ ਜੀ ਹੈ, 100 ਮਣ ਬਾਲਣ ਹੋਵੇ, 200 ਹੋਵੇ, 300 ਹੋਵੇ, ਸਾਰਾ ਭਸਮ ਕਰਕੇ ਰੱਖ ਦਿੰਦੀ। ਇਸੇ ਤਰ੍ਹਾਂ ਗਿਆਨ ਮਾਚਿਸ ਦੀ ਜਿਹੜੀ ਤੀਲੀ ਵਾਂਗ ਹੈ, ਪਾਪ ਪੁੰਨ ਦੋਵੇਂ ਨਿਵਰਤ ਕਰ ਦਿੰਦਾ ਹੈ। ਫਫਾ ਬਿਨ ਫੂਲਹ ਫਲ ਹੋਈ। ਫੱਫੇ ਅੱਖਰ ਦੇ ਦੁਆਰਾ ਭਗਤ ਮਾਰੇ ਬਚਨ ਕਰਦੇ ਹਨ। ਫਫਾ ਬਿਨ ਫੂਲਹ ਫਲ ਹੋਈ। ਇੱਕ ਕਟਹਿਲ ਦਾ ਬ੍ਰਿਸ਼ ਹੈ, ਜਿਹਨੂੰ ਸੰਸਕ੍ਰਿਤ ਵਿੱਚ ਕੰਟਕ ਦਾ ਬ੍ਰਿਸ਼ ਕਹਿੰਦੇ ਆ। ਉਹ ਕੰਟਕ ਦਾ ਬ੍ਰਿਸ਼ ਨੂੰ ਕੋਈ ਫੁੱਲ ਨਹੀਂ ਲੱਗਦਾ, ਬਿਨਾਂ ਫੁੱਲਾਂ ਤੋਂ ਉਹਨੂੰ ਫਲ ਲੱਗ ਜਾਂਦਾ ਹੈ। ਉਹ ਗਰਮ ਦੇਸ਼ਾਂ ਵਿੱਚ ਹੁੰਦਾ, ਜਿੱਥੇ ਕੋਈ ਗਰਮ ਮਾਰੂਥਲ ਵਾਲੇ ਸਥਾਨ ਤੇ ਉਹਦੀਆਂ ਟਾਹਣੀਆਂ ਦੇ ਵਿੱਚੋਂ ਹੀ ਸਾਧ ਸੰਗਤ ਜੀ ਫਲ ਪੈਦਾ ਹੋ ਜਾਂਦੇ। ਉਹ ਫਲਾਂ ਦੇ ਉੱਪਰ ਨਿੱਕੇ ਨਿੱਕੇ ਕੰਡੇ ਲੱਗੇ ਹੁੰਦੇ ਆ। ਉਹ ਜੇ ਪੱਕ ਜਾਵੇ ਖਾਣ ਦੇ ਲਾਇਕ ਵੀ ਹੈ, ਤੇ ਜੇ ਕੱਚਾ ਉਹ ਚਾਰ ਦਾ ਪੈ ਜਾਂਦਾ। ਉਹ ਕਟਹਿਲ ਦਾ ਬ੍ਰਿਸ਼ ਹੈ, ਗ੍ਰੰਥਾਂ ਵਿੱਚ ਵੀ ਲਿਖਿਆ ਹੋਇਆ ਹੈ। ਦਰਸ਼ਨ ਤੇ ਨਹੀਂ ਕੀਤੇ, ਗ੍ਰੰਥਾਂ ਵਿੱਚ ਉਹਦਾ ਇਸ ਤਰ੍ਹਾਂ ਦੱਸਿਆ ਹੋਇਆ। ਉਹ ਕਟਹਿਲ ਦੇ ਬ੍ਰਿਸ਼ ਨੂੰ ਫੁੱਲ ਨਹੀਂ ਲੱਗਦੇ, ਤੇ ਫੁੱਲਾਂ ਤੋਂ ਬਿਨਾਂ ਹੀ ਉਹਨੂੰ ਫਲ ਲੱਗ ਜਾਂਦਾ ਹੈ। ਇਸੇ ਪ੍ਰਕਾਰ ਹੀ ਉਹ ਰੱਬ ਦੀ ਕਲਾ ਹੈ। ਇਸੇ ਪ੍ਰਕਾਰ ਹੀ ਭਾਈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਬਿਨਾਂ ਜਿਹੜੇ ਫੁੱਲ ਕੀ ਹੈ ਸਾਧਨ, ਪੁੱਠੇ ਲਟਕਣਾ, ਨੰਗੇਜ ਬੇਪਰਦ ਰਹਿਣਾ, ਘੱਟ ਖਾਣਾ ਹੀ ਨਾ ਕੁਝ, ਧੁੱਪੇ ਰਹਿਣਾ, ਸਾਧਨ ਕਰਨੇ, ਪਾਣੀ ਦੀਆਂ ਜਲ ਧਾਰਾਂ ਕਰਨੀਆਂ, ਇਸੇ ਤਰ੍ਹਾਂ ਕਈ ਤਰ੍ਹਾਂ ਦੀ ਪੂਜਾ ਕਰਨੀ, ਇਹ ਸਾਧਨ ਕੀ ਫੁੱਲਾਂ ਦੀ ਨਿਆਈ ਹੈ। ਜਦੋਂ ਇਹ ਸਾਧਨ ਕਰੀਏ ਫੇਰ ਹੀ ਸਾਨੂੰ ਜਾ ਕੇ ਗਿਆਨ ਪ੍ਰਾਪਤ ਹੁੰਦਾ ਨਾ। ਤੇ ਪਰ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹ ਇਹ ਸਾਧਨਾ ਰੂਪੀ ਉਪਾਸ਼ਨਾ ਰੂਪੀ ਫਲਾਂ, ਇਹ ਫੁੱਲਾਂ ਤੋਂ ਬਿਨਾਂ ਹੀ ਉਹਨਾਂ ਨੂੰ ਗੁਰੂ ਦੀ ਕਿਰਪਾ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਇਹ ਗੁਰੂ ਦੀ ਮਿਹਰ ਨਾਲ ਹੁੰਦੀ ਹੈ। ਉਹ ਗੁਰੂ ਘਰ ਦੀ ਦਾਸੀ ਸੀ ਨਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੇਖੋ ਚਰਨਾਂ 'ਚ ਗਈ ਸੀ। ਉਹ ਮਾਤਾ ਜੀ ਨੇ ਭੇਜਿਆ ਜਗਾਉਣ ਲਈ, ਤੇ ਜਗਾਇਆ ਨਹੀਂ। ਸਤਿਗੁਰੂ ਦਾ ਸਤਿਕਾਰ ਕਰਦਿਆਂ ਹੋਇਆ ਵੀ ਠਾਉਣਾ ਠੀਕ ਨਹੀਂ ਗੁਰੂ ਸਾਹਿਬ ਜੀ ਨੂੰ। ਚਰਨ ਦਾ ਅੰਗੂਠਾ ਹੀ ਜਿਹੜਾ ਹੈ ਉਹਨੇ ਆਪਣੇ ਰਸਨਾ ਨਾਲ ਚੱਟਿਆ। ਸਾਧ ਸੰਗਤ ਜੀ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ, ਬ੍ਰਹਮ ਗਿਆਨ ਹੋ ਗਿਆ। ਨਾ ਤੇ ਉਹਨੇ ਵੇਖੋ ਕੋਈ ਸਾਧਨ ਕੀਤਾ ਹੈ, ਨਾ ਉਸ ਮਾਤਾ ਵਿਚਾਰੀ ਨੇ ਕੋਈ ਪੂਜਾ ਹੀ ਕੀਤੀ ਵੀ ਗੁਰੂ ਨਾਨਕ ਸਾਹਿਬ ਜੀ ਆਰਤੀ ਕਰਨ ਦੀ ਕਿਤੇ। ਬਸ ਚਰਨ ਹੀ ਚੱਟਿਆ ਸ਼ਰਧਾ ਭਾਵਨਾ ਦੇ ਨਾਲ, ਤੇ ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਇਸ ਤਰ੍ਹਾਂ ਬਿਨਾਂ ਜਿਹੜੇ ਸਾਧਨਾ ਰੂਪੀ ਫੁੱਲਾਂ ਤੋਂ ਬਿਨਾਂ ਹੀ ਉਹਨੂੰ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋ ਜਾਂਦਾ ਹੈ। ਅਥਵਾ ਇਸੇ ਪ੍ਰਕਾਰ ਜਦੋਂ ਫਲ ਲੱਗ ਜਾਵੇ, ਰੁੱਖ ਨੂੰ ਫਲ ਹੋ ਜਾਵੇ, ਤੇ ਉਦੋਂ ਫੁੱਲ ਨਾਸ ਹੋ ਜਾਂਦੇ ਹੈ। ਤੇ ਜਦੋਂ ਗੁਰੂ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਹੋ ਜਾਏ ਸਾਧ ਸੰਗਤ ਜੀ, ਉਦੋਂ ਜਿਹੜਾ ਹੈ ਇਹ ਸਾਧਨਾ ਰੂਪੀ ਫੁੱਲ ਜਿਹੜੇ ਆਪਣੇ ਆਪ ਹੀ ਝੜ ਜਾਂਦੇ ਹਨ, ਇਹ ਨਹੀਂ ਰਹਿੰਦੇ ਹੈ। ਤਾ ਫਲ ਫੰਕ ਲਖਾ ਜੋ ਕੋਈ। ਫਿਰ ਉਸ ਬ੍ਰਹਮ ਗਿਆਨ ਰੂਪੀ ਫਲ ਦੇ ਵਿੱਚ ਜਿਹੜੀ ਗਿਆਨ ਦੀ ਚੌਥੀ ਭੂਮਿਕਾ ਹੈ ਸਤਵਾ ਪਦ, ਜੇ ਉਸ ਸਤਵਾ ਪਦ ਗਿਆਨ ਦੀ ਚੌਥੀ ਭੂਮਿਕਾ ਨੂੰ ਜਾਣੇ ਕੋਈ, ਤੇ ਸਾਧ ਸੰਗਤ ਜੀ ਦਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਉਹ ਚੌਥੀ ਭੂਮਿਕਾ ਕੀ ਹੈ? ਸਤ ਸਰੂਪ ਪਰਮੇਸ਼ਰ ਦੇ ਯਥਾਰਥ ਗਿਆਨ ਦੀ ਪ੍ਰਾਪਤੀ ਹੋ ਜਾਣੀ। ਸਾਰੇ ਸੰਸਾਰ ਨੂੰ ਇਹ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਸਾਰੇ ਜੀਵ ਜਿੰਨੇ ਆ ਆਤਮਾ ਕਰਕੇ ਆਪਣੇ ਜਾਣਨਾ, ਆਪਣਾ ਸਹਿ ਸਰੂਪ ਕਰਕੇ ਜਾਣਨਾ। ਹੁਣ ਸਾਨੂੰ ਯਥਾਰਥ ਗਿਆਨ ਨਹੀਂ ਆ, ਹੁਣ ਤੇ ਸਾਡਾ ਇਹੋ ਜਿਹਾ ਗਿਆਨ ਆ, ਇੱਥੇ ਆਪਾਂ ਕਹੀ ਜਾਣਾ ਇਹ ਸਾਰੇ ਰੱਬ ਵਸਦਾ ਜੀ, ਸਾਰੇ ਰੱਬ ਵਸਦਾ, ਸਾਰਿਆਂ 'ਚ ਪਰਮੇਸ਼ਰ ਦੀ ਜੋਤ ਹੈ। ਜਦੋਂ ਕਿਸੇ ਨੇ ਗੱਲ ਕਰ ਦਿੱਤੀ ਫਿਰ ਨਹੀਂ ਆਪਾਂ ਜਰਨਾ, ਫਿਰ ਨਹੀਂ ਕਹਿਣਾ ਵੀ ਇਹ 'ਚ ਜੋਤ ਰੱਬ ਦੀ। ਚਲੋ ਕੋਈ ਗੱਲ ਨਹੀਂ, ਕਿਹਾ ਕਿੰਨੇ ਮੈਨੂੰ, ਮੇਰਾ ਆਪਾ ਹੀ ਹੈ, ਸਾਨੂੰ ਆਪਣੇ ਆਪ ਦੇ ਕੋਈ ਗੁੱਸਾ ਨਹੀਂ ਆਉਂਦਾ, ਤੇ ਮੇਰੇ ਆਪਣੇ ਆਪ ਨੇ ਮੈਨੂੰ ਕੀ ਕਹਿ ਦਿੱਤਾ, ਕੁਝ ਵੀ ਨਹੀਂ ਕਿਹਾ ਹੈ। ਤੇ ਉਦੋਂ ਆਪਾਂ ਇਹਦਾ ਨਹੀਂ ਸੋਚਦੇ, ਕਿਉਂਕਿ ਉਦੋਂ ਭੇਦ ਦ੍ਰਿਸ਼ਟੀ ਹੈ। ਇਹ ਕਹਿਣ ਮਾਤਰ ਸਾਡਾ ਵੀ ਸਾਰਿਆਂ 'ਚ ਜਾਣ ਲੈਣਾ। ਮਤਲਬ ਸਤਵਾਂ ਪਦ ਦਾ ਇਹ ਅਰਥ ਆ ਕਿ ਜਿਵੇਂ ਜਲ ਤੋਂ ਹੀ ਸਾਧ ਸੰਗਤ ਤਰੰਗਾਂ ਹੈ, ਜਲ ਤੋਂ ਹੀ ਬੁਲਬੁਲੇ ਹੈ, ਜਲ ਤੋਂ ਹੀ ਝੱਗ ਹੈ। ਉਹ ਤਿੰਨੇ ਚੀਜ਼ਾਂ ਜਲ ਦਾ ਹੀ ਰੂਪ ਹੈ। ਇਸੇ ਤਰ੍ਹਾਂ ਇਹ ਜੀਵ ਰੂਪੀ ਬੁਲਬੁਲੇ, ਤਰੰਗਾਂ ਰੂਪੀ ਜਿਹੜੇ ਜੀਵ ਹੈ, ਬੁਲਬੁਲਾ ਰੂਪੀ ਜੀਵ ਹੈ, ਝੱਗ ਰੂਪੀ ਜੀਵ ਹੈ, ਇਹ ਪਰਮੇਸ਼ਰ ਰੂਪੀ ਜਲ ਦਾ ਰੂਪ ਹੈ। ਸਤ ਸਰੂਪ ਪਰਮੇਸ਼ਰ ਦੇ ਯਥਾਰਥ ਗਿਆਨ ਦੀ ਪ੍ਰਾਪਤੀ ਹੋ ਜਾਣੀ,
ਤੇ ਗਿਆਨ ਜਿਹੜੀ ਆਪਣੇ ਆਤਮਾ ਨੂੰ ਸਾਰੇ ਪਾਸੇ ਸੰਸਾਰ ਵਿੱਚ ਜਾਣ ਲੈਣਾ ਗਿਆਨ ਦੀ ਚੌਥੀ ਭੂਮਿਕਾ ਹੈ। ਇਹਦਾ ਫਲ ਜੇ ਕੋਈ ਜਾਣ ਲਵੇ, ਬ੍ਰਹਮ ਗਿਆਨ ਦੀ ਚੌਥੀ ਭੂਮਿਕਾ ਦਾ ਮਾਲਕ ਹੋ ਜਾਵੇ ਤੇ ਉਹ ਸੰਸਾਰ ਤੋਂ ਤਰ ਜਾਂਦਾ ਹੈ। ਤਾ ਫਲ ਫੰਕ ਲਖਾ ਜੋ ਕੋਈ, ਹਾਂਜੀ ਹੋ ਗਿਆ। ਦੂਣ ਨਾ ਪਰਈ ਫੰਕ ਵਿਚਾਰਾ। ਉਹ ਫਿਰ ਦੂਣ ਕਹੀਏ ਦਵੈਤ ਚ ਭਾਚ ਨਹੀਂ ਪੈਂਦਾ। ਦੂਣ ਕਿਹਾ ਜਾਂਦਾ ਜਿਹੜੇ ਪਹਾੜ ਹੁੰਦੇ ਨਾ ਦੋਵੇਂ ਪਾਸੇ, ਇੱਧਰ ਵੀ ਪਹਾੜ ਉੱਧਰ ਵੀ ਪਹਾੜ, ਵਿਚਕਾਰਲੀ ਜਿਹੜੀ ਸਾਫ਼ ਜਗ੍ਹਾ ਨੂੰ ਦੂਣ ਕਿਹਾ ਜਾਂਦਾ। ਅੱਜ ਜਿਵੇਂ ਮਹਾਰਾਸ਼ਟਰ 'ਚ ਵੀ ਕਈ ਏਰੀਏ ਹੈ, ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਜਾਈਏ, ਇੱਧਰ ਵੀ ਪਹਾੜ ਉੱਧਰ ਵੀ ਪਹਾੜ, ਵਿਚਕਾਰ ਜਿਹੜੀ ਪੱਧਰੀ ਜਗ੍ਹਾ ਜਿੱਥੇ ਲੋਕਾਂ ਦਾ ਵਾਸਾ ਹੁੰਦਾ, ਜਿੱਥੇ 18ਵੀਂ ਸਦੀ ਵਿੱਚ ਗੁਰੂ ਕੇ ਸਿੰਘ ਵਸਦੇ ਰਹੇ, ਤੰਬੂ ਲਾ ਲਾ ਕੇ ਆਪਣਾ ਪੜਾ ਕਰਦੇ, ਉਹਨੂੰ ਦੂਣ ਕਿਹਾ ਜਾਂਦਾ। ਪਹਾੜਾਂ ਦੀ ਵਿਚਕਾਰਲੀ ਥਾਂ ਨੂੰ ਉਹ ਦੂਣ ਕੀ ਹੈ? ਸਾਧ ਸੰਗਤ ਜੀ ਜੰਮਣ ਤੇ ਮਰਨ, ਇਹ ਦੋ ਪਹਾੜ ਹੈ। ਇਹਦੇ ਵਿੱਚ ਜਿਹੜੀ ਮੱਧ ਵਾਲੀ ਜਗ੍ਹਾ ਕਿਹੜੀ 84 ਲੱਖ ਜੂਨਾ, ਉਹ 84 ਲੱਖ ਜੂਨਾ ਦੀ ਦੂਣ ਵਿੱਚ ਨਹੀਂ ਪੈਂਦਾ। ਕੌਣ? ਜਿਹੜਾ ਬ੍ਰਹਮ ਗਿਆਨ ਦੀ ਜਿਹੜੀ ਚੌਥੀ ਭੂਮਿਕਾ ਹੈ, ਸਤਵਾ ਪਦ, ਜਿਹੜਾ ਉਹਦੇ ਫਲ ਨੂੰ ਵਿਚਾਰ ਲੈਂਦਾ ਹੈ, ਉਹ ਨਹੀਂ ਪੈਂਦਾ। ਕਿਉਂ? ਕਿਉਂਕਿ ਉਹ ਆਪਣੇ ਆਪ ਸਰੂਪ ਨੂੰ ਜਾਣ ਲਿਆ ਉਹਨੇ, ਉਹਦੇ 'ਚ ਦਵੈਤ ਭਾਅ ਨਹੀਂ ਰਹਿੰਦਾ। ਦੂਣ ਦਾ ਅਰਥ ਹੈ ਦਵੈਤ, ਉਹ ਦਵੈਤ 'ਚ ਨਹੀਂ ਪੈਂਦਾ ਜਿਹੜਾ ਗਿਆਨ ਦੀ ਚੌਥੀ ਭੂਮਿਕਾ ਰੂਪੀ ਫਾੜੀ ਨੂੰ ਜਾਣ ਲੈਂਦਾ। ਫੰਗ ਦਾ ਅਰਥ ਫਾੜੀ ਵੀ ਕੀਤਾ ਵਿਦਵਾਨਾਂ ਨੇ। ਜਿਹੜਾ ਗਿਆਨ ਦੀ ਚੌਥੀ ਭੂਮਿਕਾ ਰੂਪੀ ਫਾੜੀ ਨੂੰ ਜਾਣ ਲੈਂਦਾ ਉਹ ਦਵੈਤ 'ਚ ਨਹੀਂ ਪੈਂਦਾ। ਦਵੈਤ 'ਚ ਬੰਦਾ ਕਦੋਂ ਪੈਂਦਾ ਹੈ? ਜਦੋਂ ਦੁਤੀਆ ਭਾਅ ਹੈ, ਜਦੋਂ ਇਹ ਬੰਦਾ ਕਹਿੰਦਾ ਨਾ ਕਿ ਆ ਮੈਂ ਹਾਂ ਉਹ ਦੂਜਾ ਹੈ, ਉੱਥੇ ਹੀ ਸਾਧ ਸੰਗਤ ਦੀ ਝਗੜਾ ਹੈ। ਜਿੱਥੇ ਮੈਂ ਦੇ ਤੂੰ ਉੱਥੇ ਝਗੜਾ ਹੈ, ਤੇ ਜਿੱਥੇ ਅਸੀਂ ਹਮ ਉੱਥੇ ਕੋਈ ਝਗੜਾ ਨਹੀਂ ਹੈ। ਜਦੋਂ ਦੋ ਜਾਣੇ ਹੈ, ਉਦੋਂ ਦੋ ਜਾਣਿਆਂ ਦੀ ਇਹ ਲੜਾਈ ਹੈ ਵੀ ਜਿਹੜੇ ਇੱਕੇ ਮਾਰਗ ਤੇ ਚੱਲਣ ਵਾਲੇ ਦੋ ਲੋਕ ਹੈ, ਭਗਤੀ ਮਾਰਗ ਤੇ ਚੱਲਣ ਵਾਲੇ ਜਦੋਂ ਦੋ ਲੋਕ ਹੈ, ਤੇ ਉਹ ਦੋ ਲੋਕਾਂ ਦੀ ਆਪੋ ਵਿੱਚ ਨਹੀਂ ਬਣਦੀ। ਡਾਕਟਰਾਂ ਦੀ ਆਪਣੇ ਵਿੱਚ ਨਹੀਂ ਬਣਦੀ ਆਪੋ ਵਿੱਚ। ਹਰੇਕ ਬੰਦੇ ਜਿਹੜਾ ਇੱਕ ਮਾਰਗ ਤੇ ਚੱਲਣ ਵਾਲਾ ਹੈ, ਉਹਨਾਂ ਦੋਵਾਂ ਦੀ ਆਪੋ ਵਿੱਚ ਨਹੀਂ ਬਣਦੀ। ਤੇ ਉਹ ਕਿਉਂ ਨਹੀਂ ਬਣਦੀ? ਜਦੋਂ ਇੱਕ ਦੀ ਵਡਿਆਈ ਹੋਗੀ ਦੂਜੇ ਦੀ ਨਾ ਹੋਈ, ਦੂਜੇ ਨੇ ਕਹਿਣਾ ਉਹ ਮੈਂ ਜੋ ਮੇਰੀ ਗੱਲ ਇਹਦੀ ਕਿੱਦਾਂ ਨਾ ਹੋ ਸਕਦੀ। ਉਦੋਂ ਵਡਿਆਈ ਤੋਂ ਹੀ ਰੌਲਾ ਪੈ ਜਾਂਦਾ ਹੈ। ਫਿਰ ਉਹ ਵਡਿਆਈ ਤੋਂ ਈਰਖਾ ਪੈਦਾ ਹੁੰਦੀ ਹੈ। ਦਵੈਤ ਨਾਮ ਈਰਖਾ ਦਾ ਹੈ। ਜਦੋਂ ਈਰਖਾ ਪੈਦਾ ਹੋ ਗਈ ਸਾਧ ਸੰਗਤ ਜੀ, ਉੱਥੇ ਫਿਰ ਅਦਵੈਤ ਸਰੂਪ ਪਰਮੇਸ਼ਰ ਨੂੰ ਨਹੀਂ ਪਾਇਆ ਜਾਂਦਾ। ਤੇ ਉਹ ਜਿਹੜੇ ਮਹਾਤਮਾ ਹੈ, ਜਿਹੜੇ ਬ੍ਰਹਮ ਗਿਆਨ ਦੀ ਚੌਥੀ ਭੂਮਿਕਾ ਦੀ ਵਿਚਾਰ ਕਰ ਲੈਂਦੇ, ਆਪਣੇ ਆਤਮ ਸਰੂਪ ਦੀ ਵਿਚਾਰ ਕਰ ਲੈਂਦੇ, ਯਥਾਰਥ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹੈ, ਉਹ ਦਵੈਤ ਵਿੱਚ ਨਹੀਂ ਪੈਂਦੇ। ਇਸੇ ਤਰ੍ਹਾਂ ਦੂਣ ਕਹੀਏ ਜੰਮਣ ਮਰਨ, ਇਹ ਦੂਣ ਦਾ ਅਰਥ ਹੁੰਦਾ ਦੋ, ਜੰਮਣ ਤੇ ਮਰਨ ਵਿੱਚ ਨਹੀਂ ਪੈਂਦੇ ਹਨ। ਤਾ ਫਲ ਫੰਕ ਸਭਾ ਤਨ ਛਫਾਰਾ। ਉਹ ਜਿਹੜਾ ਤਾ ਕਈ ਉਸ ਬ੍ਰਹਮ ਗਿਆਨ ਰੂਪੀ ਫਲ ਦੀ ਜਿਹੜੀ ਚੌਥੀ ਗਿਆਨ ਰੂਪੀ ਭੂਮਿਕਾ ਹੈ, ਸਤਵਾ ਪਤ, ਉਸ ਗਿਆਨ ਰੂਪੀ ਭੂਮਿਕਾ ਦੇ ਨਾਲ ਉਹ ਆਪਣੇ ਸਾਰੇ ਸਰੀਰਾਂ ਨੂੰ ਫਾੜ ਲੈਂਦੇ ਹੈ। ਸਰੀਰ ਜਿਹੜੇ ਅਸੀਂ ਤਿੰਨ ਮੰਨੇ ਆ ਨਾ, ਤਿੰਨੇ ਸਰੀਰਾਂ ਦੀਆਂ ਅਵਸਥਾ ਨੂੰ ਪਾੜ ਦਿੰਦੇ ਆ। ਤਿੰਨ ਸਰੀਰ ਮੰਨੇ ਆ, ਕਾਰਨ, ਸੂਖਮ ਤੇ ਸਥੂਲ। ਸਥੂਲ ਸਰੀਰ ਜਿਹੜਾ ਸਾਡਾ ਸਾਹਮਣੇ ਹੀ ਹੈ, ਜਿਹੜਾ ਪੰਜ ਤੱਤਾਂ ਦਾ ਦਿਖ ਰਿਹਾ। ਸੂਖਮ ਸਰੀਰ ਹੈ ਜਿਹੜਾ 17 ਤੱਤਾਂ ਦਾ, 5 ਗਿਆਨ ਇੰਦਰੇ, 5 ਕਰਮ ਇੰਦਰੇ ਤੇ 5 ਪ੍ਰਾਣ ਤੇ ਮਨ ਤੇ ਬੁੱਧ, ਇਹ 17 ਤੱਤ ਹੈ। ਤੇ ਇਹ 17 ਤੱਤ ਇੱਕ ਦੇ ਬਾਹਰੀ ਹੈ। ਸਾਡੇ ਕੁਝ 5 ਕਰਮ ਇੰਦਰੇ, 5 ਗਿਆਨ ਇੰਦਰੇ, ਹਾਂਜੀ, ਇੱਕ ਅੰਦਰ ਸੂਖਮ ਤੌਰ ਤੇ 5 ਗਿਆਨ, ਇਹ 10 ਗਿਆਨ ਇੰਦਰੇ। ਇਹ 17 ਤੱਤਾਂ ਦਾ ਦੇਹ ਹੈ ਸੂਖਮ। ਤੀਜੀ ਦੇਹ ਹੈ ਕਾਰਨ ਦੇਹੀ। ਉਹ ਅਸਲ ਵਿੱਚ ਦੇਹੀ ਕੀ ਹੈ? ਜਿਹੜੀ ਇਹ ਦੋਹਾਂ ਦੇਹਾਂ ਦਾ ਕਾਰਨ, ਉਹ ਹੈ ਕਾਰਨ ਦੇਹੀ। ਉਹ ਕਾਰਨ ਦੇਹੀ ਕੀ ਹੈ? ਅਗਿਆਨ, ਅਵਿਦਿਆ। ਇਹ ਥੋੜਾ ਡੂੰਘਾ ਵਿਸ਼ਾ ਹੈ। ਉਹ ਅਗਿਆਨ ਜਿਹੜਾ ਹੈ, ਜਿਸ ਅਗਿਆਨ ਦੇ ਕਰਕੇ ਸਾਨੂੰ ਇਹ ਦੋ ਸਰੀਰ ਮਿਲੇ, ਉਹਨੂੰ ਕਹਿੰਦਾ ਕਾਰਨ ਦੇਹੀ। ਉਹ ਕਾਰਨ ਦੇਹੀ ਜਦੋਂ ਗਿਆਨ ਦੇ ਨਾਲ ਨਾਸ ਹੋ ਗਈ, ਅਵਿਦਿਆ ਅਗਿਆਨ, ਜਦੋਂ ਬ੍ਰਹਮ ਗਿਆਨ ਦੇ ਨਾਲ ਗਿਆਨ ਨਾਸ ਹੋ ਗਿਆ, ਉਦੋਂ ਦੋ ਦੇਹਾਂ ਦਾ ਆਪਣੇ ਆਪ ਹੀ ਨਾਸ ਹੋ ਜਾਂਦਾ ਹੈ। ਸਭੇ ਤਨ ਫਾਰੈ, ਉਹ ਸਾਰੇ ਸਰੀਰ ਦੀਆਂ ਅਵਸਥਾ, ਤਿੰਨੇ ਸਰੀਰਾਂ ਦੀਆਂ ਜਿਹੜਾ ਹੈ ਇਹਨਾਂ ਨੂੰ ਪਾੜ ਦਿੰਦਾ ਹੈ। ਇਹਨੂੰ ਫਾਰੇ ਕਹੀਏ, ਨਾਸ ਕਰ ਦਿੰਦਾ ਹੈ। ਜਿਹਨੂੰ ਗਿਆਨ ਹੋ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਮੈਂ ਸੂਖਮ ਸਰੀਰ ਨਹੀਂ ਹਾਂ,
मैं कारण शरीर नहीं हाँ, इसे प्रकार मैं जिहड़ा हाँ स्थूल शरीर नहीं हाँ। ये जिहड़े मैनू कोई दुख नहीं है, मैनू कोई सुख नहीं है, मैनू कोई भुख नहीं, मैनू कोई प्यास नहीं, मैं बुढ़ा नहीं, मैं जवान नहीं, मैं तो कुछ भी नहीं हाँ। मेरा तो मन बुद्ध तो परे है, मैं मेरा जिहड़ा आपा स्वरूप है वो तो परे है। जिहड़ा ये ज्ञान मेरा आत्मा ये मन बुद्ध अहंग बिरती चित बिरती तो परे है। से सूक्ष्म शरीर तो जो मन परे आत्मा है वो प्रकाश सारे नूं कर रही है। ये ज्ञान की चौथी भूमिका रूपी फाड़ी दे नाल ਉਹ ਜਿਹੜਾ ਆਪਣੇ ਸਾਰੇ ਸਰੀਰ ਤਿੰਨਾਂ ਸਰੀਰਾਂ ਨੂੰ ਪਾੜ ਦਿੰਦਾ ਹੈ, ਨਾਸ ਕਰ ਦਿੰਦਾ ਹੈ ਜੀ। ਬੱਬਾ ਬਿੰਦ ਹੈ ਬਿੰਦ ਮਿਲਾਵਾ। ਬੱਬੇ ਅੱਖਰ ਦੇ ਦੁਆਰਾ ਉਪਦੇਸ਼ ਕਰ ਰਹੇ ਭਗਤ ਮਹਾਰਾਜ। ਜਿਹੜਾ ਬਿੰਦ ਹੈ ਕਹੀਏ ਦੇਖਣ ਵਾਲਾ ਇਹ ਜੀਵ ਹੈ। ਬਿੰਦ ਨਾਮ ਹੁੰਦਾ ਜਾਣਨ ਦਾ। ਜਿਹੜਾ ਜਾਣਨੇ ਵਾਲਾ ਇਹ ਜੀਵ ਹੈ। ਇੱਕ ਹੁੰਦਾ ਜਾਣਨ ਵਾਲਾ, ਇੱਕ ਹੁੰਦਾ ਜਾਣਨੇ ਯੋਗ। ਅਸੀਂ ਕੀ ਆ ਜਾਣਨ ਵਾਲੇ ਆ। ਤੇ ਜਾਣਨੇ ਯੋਗ ਕੌਣ ਹੈ? ਉਹ ਸਤਿਗੁਰੂ ਆ, ਪਰਮੇਸ਼ਰ। ਆਪਾਂ ਉਹਨੂੰ ਜਾਣਨਾ, ਸਤਿਗੁਰੂ ਨੂੰ। ਗੁਰੂ ਨੇ ਸਾਨੂੰ ਕੀ ਜਾਣਨਾ? ਮਹਾਰਾਜ ਤੇ ਸਭ ਜਾਣਦੇ ਹੀ ਹੈ। ਇਸ ਕਰਕੇ ਬਿੰਦ ਹੈ ਜਿਹੜਾ ਜਾਣਨੇ ਯੋਗ ਜੀਵ ਹੈ। ਤੇ ਜਦੋਂ ਬਿੰਦ ਹੈ ਬਿੰਦ ਮਿਲਾਵਾ, ਤੇ ਉਸ ਨੂੰ ਜਦੋਂ ਪਰਮੇਸ਼ਰ ਬਿੰਦ ਰੂਪ ਜੋ ਜਾਣਨੇ ਯੋਗ ਬ੍ਰਹਮ ਆਪਣੇ ਵਿੱਚ ਮਿਲਾ ਲੈਂਦਾ ਹੈ। ਬਿੰਦ ਹੈ ਬਿੰਦ ਨਾ ਵਿਛੜਨ ਪਾਵਾ। ਉਹ ਫਿਰ ਬਿੰਦ ਹੈ ਜੀਵ ਜਿਹੜਾ ਹੈ ਨਾ ਸਾਧ ਸੰਗਤ ਜੀ, ਉਹ ਬਿੰਦ ਕਹੀਏ ਪਰਮੇਸ਼ਰ ਦੇ ਨਾਲੋਂ ਵਿਛੜਨਾ ਨਹੀਂ ਪਾਉਂਦਾ। ਜਿਹਨੂੰ ਪਰਮੇਸ਼ਰ ਨਾਲ ਮਿਲਾ ਲੇ ਉਹ ਨਹੀਂ ਵਿਛੜਦਾ ਹੈ। ਉਹ ਮਾਲਕ ਨੇ ਇਹ ਖੇਡ ਰਚਾਈ, ਇੱਕ ਨਾ ਨੂੰ ਤੂੰ ਮੇਲ ਲਹਿ, ਇੱਕ ਆਪੋ ਤੁਧ ਖਵਾਇਆ। ਇੱਕ ਨਾ ਨੂੰ ਤੂੰ ਮਹਾਰਾਜ ਨੇ ਮੇਲਿਆ ਹੋਇਆ ਆਪਣੇ ਨਾਲ, ਉਹ ਜੁੜੇ ਹੋਏ ਆ, ਸਤਸੰਗ ਕਰਦੇ ਆ, ਮਹਾਰਾਜ ਦੇ ਦਰਸ਼ਨ ਕਰਦੇ, ਤਪੱਸਿਆ ਕਰਦੇ, ਸਾਧਨਾ ਕਰਦੇ, ਕਮਾਈਆਂ ਕਰਦੇ, ਵੱਧ ਚੜ ਕੇ ਮੋਹ ਤੋੜ ਕੇ। ਇੱਕ ਵਿਚਾਰੇ ਵਿਛੜੇ ਹੋਏ ਆ, ਕੋਲ ਰਹਿ ਕੇ ਵਿਚਾਰੇ ਦੂਰ ਹੀ ਆ। ਬੱਬੇ ਅੱਖਰ ਦੇ ਦੁਆਰਾ ਉਪਦੇਸ਼ ਕਰਦੇ ਹਨ ਕਿ ਜਿਸ ਨੂੰ ਪਰਮੇਸ਼ਰ ਬਿੰਦ ਰੂਪ ਪਰਮੇਸ਼ਰ ਨੇ ਉਹ ਜਾਣਨ ਯੋਗ ਜਿਹੜਾ ਹੈ ਪਰਮੇਸ਼ਰ ਨੇ ਜਿਸ ਬਿੰਦ ਹੈ ਉਹ ਜੀਵ ਨੂੰ ਮਿਲਾ ਲਿਆ ਹੈ। ਉਹ ਵਿਛੜਨਾ ਨਹੀਂ ਪਾਉਂਦਾ, ਵਿਛੜਦਾ ਨਹੀਂ ਹੈ। ਬੰਦ ਹੋਏ ਬੰਦਗੀ ਗਹਾ। ਪਰ ਸਤਿਗੁਰੂ ਮਹਾਰਾਜ ਇਹ ਗੱਲ ਕਹਿੰਦੇ ਹੈ ਭਗਤ ਰਸਨਾ ਦੇ ਰਾਹੀਂ। ਭਗਤ ਮਹਾਰਾਜ ਇੱਕ ਬਚਨ ਕਹਿ ਰਹੇ ਹੈ, ਕਹਿੰਦੇ ਭਾਈ ਇੱਕ ਕੰਮ ਜ਼ਰੂਰ ਕਰੇ। ਇਹ ਅਵਸਥਾ ਤਾਂ ਪ੍ਰਾਪਤ ਹੋਣੀ ਹੈ ਜੇ ਬੰਦੋ ਹੋਏ, ਪਰਮੇਸ਼ਰ ਦਾ ਬੰਦਾ ਹੋ ਕੇ ਨਾ, ਦਾਸ ਹੋ ਕੇ ਜਿਹੜੀ ਬੰਦਗੀ ਕਰੇ। ਬੰਦੋ ਹੋਏ ਭਾਵ ਗੁਲਾਮ ਹੋ ਕੇ ਬੰਦਗੀ ਕਰੇ। ਗੁਲਾਮ ਕਿਉਂ? ਗੁਲਾਮ ਕੁਝ ਲੈਂਦਾ ਹੀ ਦਿੰਦਾ ਨਹੀਂ ਹੈ। ਗੁਲਾਮ ਨੇ ਜੋ ਗੁਲਾਮ ਨੂੰ ਮਿਲ ਗਿਆ ਅੱਗੇ ਸੁੱਕੀ ਰੋਟੀ ਰੱਖ ਦਿੱਤੀ, ਉਹਨੂੰ ਉਹ ਵੀ ਖਾਣੀ ਪੈਣੀ। ਉਹ ਨੌਕਰੀ ਵਾਲਾ ਤੇ ਕਹਿ ਦੂਗਾ ਵੀ ਮੈਨੂੰ ਆਹ ਦੇ ਦਿਓ, ਨਹੀਂ ਦਿੰਦੇ ਤੇ ਮੈਂ ਨਹੀਂ ਰਹਿਣਾ, ਮੈਂ ਕਿਤੇ ਹੋਰ ਲੱਗ ਜਾਣਾ। ਪਰ ਜਿਹੜਾ ਗੁਲਾਮ ਹੈ ਉਹ ਨਹੀਂ ਕਹਿੰਦਾ, ਦਾਸ ਨਹੀਂ ਕਹਿੰਦਾ ਹੈ। ਦਾਸ ਹੋ ਕੇ ਬੰਦੋ ਹੋਏ, ਦਾਸ ਹੋ ਕੇ ਪਰਮੇਸ਼ਰ ਦੀ ਬੰਦਗੀ ਗ੍ਰਹਿਣ ਕਰੇ, ਬੰਦਗੀ ਕਰੇ ਦਾਸ ਹੋ ਕੇ। ਦਾਸ ਕਿਵੇਂ ਹੋਵੇ? ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਚਾਕਰ ਲੱਗੇ ਚਾਕਰੀ ਨਾਲੇ ਗਾਰ ਬਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਚਾਕਰ ਕਹੀਏ ਖਸਮ ਕਾ ਸੋਹੇ ਉਤਰ ਦੇ। ਇੱਕ ਪਾਸੇ ਦਾਸ ਕਹਾਈ ਜਾਵੇ, ਇੱਕ ਪਾਸੇ ਗੁਰੂ ਆਪਣੇ ਨੂੰ ਜਵਾਬ ਦੇਵੇ ਮਹਾਰਾਜ ਆ ਨਹੀਂ ਹੋ ਸਕਦਾ। ਇਹ ਕਿਵੇਂ ਹੋ ਸਕਦਾ? ਉਹ ਕਦੀ ਰਾਤ ਵੀ ਦਿਨ ਹੋਇਆ, ਕਦੀ ਦਿਨ ਵੀ ਰਾਤ ਹੋਈ। ਜਿਹੋ ਜਿਹੀ ਜਵਾਬਦਾਰੀਆਂ ਕਰਦਾ ਉਹ ਚਾਕਰ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਬੇਨਤੀਆਂ ਕਰੇ ਮੋਕੋ ਕੀਜੈ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹੇ ਪਰਮੇਸ਼ਰ ਮੇਰੇ ਤੇ ਮਿਹਰ ਕਰ, ਮੈਨੂੰ ਆਪਣਾ ਦਾਸ ਹੀ ਕਰ। ਦਾਸ ਹੋ ਕੇ ਬੰਦਗੀ ਨੂੰ ਗ੍ਰਹਿਣ ਕਰੇ। ਬੰਦਕ ਹੋਏ ਬੰਧ ਸੁਧ ਲਹਾ। ਜੇ ਬੰਦਕ ਕਹੀਏ ਬੰਦਗੀ ਕਰਨ ਵਾਲਾ ਹੋ ਕੇ ਬੰਦਗੀ ਕਰੇ ਨਾ, ਤੇ ਸਾਧ ਸੰਗਤੋ ਪਰਮੇਸ਼ਰ ਵੀ ਧੱਦੇ ਨਾਲ ਇੱਥੇ ਪਾਠ ਆਇਆ ਵੀ ਉਹ ਪਰਮੇਸ਼ਰ ਵੀ ਰਿਸ਼ਤੇਦਾਰ ਹੋ ਕੇ ਦੀ ਖਬਰ ਲੈਂਦਾ। ਜਿਵੇਂ ਰਿਸ਼ਤੇਦਾਰ ਜਿਹੜੇ ਚੰਗੇ ਆਉਂਦੇ ਨਾ ਖਬਰਾਂ ਲੈਣ, ਭਾਈ ਕੀ ਹੋਇਆ, ਕੀ ਧਰਨਾ ਨਿਬੜ ਗਿਆ। ਇਸ ਤਰ੍ਹਾਂ ਪਰਮੇਸ਼ਰ ਬੰਦਕ ਉਹਨਾਂ ਦਾ ਬੰਦ ਰਿਸ਼ਤੇਦਾਰ ਹੋ ਕੇ ਖਬਰ ਲੈਂਦਾ। ਕਈ ਥਾਵਾਂ ਦੇ ਪਾਠ ਇੱਥੇ ਬੰਦ ਦੀ ਥਾਂ ਦੱਦੇ ਨਾਲ ਹੈ। ਜੇ ਦੱਦੇ ਨਾਲ ਪਾਠ ਹੋਵੇ ਫਿਰ ਅਰਥ ਬਣਦਾ ਵੀ ਜਿਹੜੇ ਬੰਦਗੀ ਕਰਦੇ ਆ ਨਾ, ਬੰਦਗੀ ਵਾਲੇ ਹੋ ਕੇ ਦਾਸ ਹੋ ਕੇ ਪਰਮੇਸ਼ਰ ਉਸ ਬੰਦੇ ਦੀ ਆਪ ਖਬਰਸਾਰ ਲੈਂਦਾ। ਜਿਵੇਂ ਭਗਤ ਪ੍ਰਹਿਲਾਦ ਜੀ ਦੀ ਲਈ, ਮਾਤਾ ਦ੍ਰੋਪਦੀ ਜੀ ਦੀ ਖਬਰਸਾਰ ਲਈ
ਭਾਈ ਵਿਧੀ ਚੰਦ ਦੀ ਖਬਰ ਸਾਰ ਲਈ ਸਤਿਗੁਰੂ ਜੀ ਨੇ। ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਭਗਤ ਕਬੀਰ ਜੀ ਦੀ ਆਪਣੀ ਖਬਰ ਲਈ ਜਿਨ੍ਹਾਂ ਬੰਦਗੀ ਕੀਤੀ ਹੈ। ਭਗਤ ਨਾਮ ਜੀ ਦੀ ਆਪਣੀ ਖਬਰ ਲਈ ਪਰਮੇਸ਼ਰ ਨੇ ਆਪ ਆ ਕੇ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਖੋ ਕਿੰਨੇ ਸਮੇਂ ਆਏ ਸੀ, ਆਪ ਪਰਮੇਸ਼ਰ ਨੇ ਖਬਰ ਸਾਰ ਲਈ ਗੁਰੂ ਨਾਨਕ ਸਾਹਿਬ ਜੀ ਨੇ। ਜਿਸ ਪ੍ਰਕਾਰ ਇਹ ਬੰਦਗੀ ਦਾ ਫਲ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਦੇ ਬਿਰਾਜਮਾਨ ਕਰ ਦਿੱਤਾ ਹੈ, ਗੁਰੂ ਸਾਹਿਬ ਜੀ ਦਾ ਜਸ ਤੇ ਬਹੁਤ ਫੈਲ ਰਿਹਾ। ਜਿਹੜਾ ਗੁਰੂ ਸਾਹਿਬ ਜੀ ਦਾ ਵੱਡਾ ਭਰਾ ਤਾਂ ਪ੍ਰਿਥੀਆ ਹੈ, ਉਹ ਜਹਾਂਗੀਰ ਕੋ ਦਿੱਲੀ ਪਹੁੰਚ ਗਿਆ। ਰੋ ਰੋ ਕੇ ਹਾਲਤ ਸੁਣਾਵੇ, ਕਹਿੰਦਾ ਉਹ ਇਹ ਸੰਸਾਰ ਦੇ ਕਿਤੇ ਨਿਆਂ ਹੀ ਨਹੀਂ ਰਹਿ ਗਿਆ, ਵੇਖੋ ਕਿੱਡੀ ਮਾੜੀ ਕੀਤੀ ਹੈ। ਆ ਐਡਾ ਮੈਂ ਵੱਡਾ ਸਾਂ, ਮੇਰਾ ਹੱਕ ਮੰਨਦਾ ਸੀ ਗੁਰਤਾ ਦਾ, ਮੇਰੀ ਗੱਦੀ ਵੀ ਜਿਹੜੀ ਹੈ ਮੇਰੇ ਪਿਤਾ ਨੇ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ, ਉਹਨਾਂ ਖੋਹ ਲਈ ਹੈ, ਨਾਲੇ ਮੈਨੂੰ ਘਰੋਂ ਕੱਢ ਦਿੱਤਾ। ਇਹ ਕਿੰਨੀ ਮਾੜੀ ਗੱਲ ਹੋਈ ਹੈ, ਮੈਂ ਕੀ ਕਰਾਂਗਾ ਹੁਣ। ਉਹ ਕਹਿੰਦਾ ਜਹਾਂਗੀਰ ਉਹ ਪ੍ਰਿਥੀਆ ਤੂੰ ਰੋ ਨਾ, ਲੈ ਤੈਨੂੰ ਇੱਕ ਪਿੰਡ ਦੇ ਦੇਣੇ ਆ ਮਾਲਵੇ ਵਿੱਚ ਪਿੰਡ ਦਿੱਤਾ ਜਿੱਥੇ ਭਗਤੇ ਦੇ ਪਾਸ ਹੀ ਹੈ ਗੁਰੂ ਦਾ ਕੋਠਾ ਵੱਜਦਾ, ਉੱਥੇ ਇਹ ਨਗਰ ਇਹਨੂੰ ਦਿੱਤਾ ਤੇ ਉੱਥੇ ਪ੍ਰਿਥੀਆ ਰਹਿਣ ਲੱਗ ਪਿਆ। ਪਰ ਮਨ ਨੂੰ ਸ਼ਾਂਤੀ ਨਹੀਂ ਆਈ, ਮਨ 'ਚ ਖੜਬਲੀ ਮਚਦੀ ਰਹੀ। ਇਹ ਅਖੀਰੀ ਫਿਰ ਚੱਲ ਕੇ ਸੁਲਹੀ ਖਾਨ ਦੇ ਕੋਲ ਗਿਆ। ਸੁਲਹੀ ਖਾਨ ਨੂੰ ਜਾ ਕੇ ਕਹਿੰਦਾ, ਰੋ ਰੋ ਕੇ ਉੱਚੀ ਉੱਚੀ ਕਹਿੰਦਾ, ਹੱਦ ਹੋ ਗਈ, ਉਹ ਮੈਂ ਲੁੱਟਿਆ ਗਿਆ, ਮੈਂ ਮਾਰਿਆ ਗਿਆ, ਇੰਨਾ ਖਰਚ ਲਾਇਆ, ਖਰਚਾ ਵੀ ਕਿਸੇ ਕੰਮ ਨਹੀਂ ਆਇਆ, ਪੈਸਾ ਵੀ ਚਲਾ ਗਿਆ, ਗੱਦੀ ਫੇਰ ਪ੍ਰਾਪਤ ਨਹੀਂ ਹੋਈ, ਮੈਂ ਕੀ ਕਰਾਂ, ਦੱਸ ਕਿੱਥੇ ਮੈਂ ਨੱਕ ਦਊਂਗਾ, ਮੇਰੀ ਕੀ ਜ਼ਿੰਦਗੀ, ਮੈਂ ਤੇ ਜਿਉਂਦਾ ਹੀ ਮਰ ਗਿਆ। ਇਹ ਬੜੇ ਰੋਣੇ ਰੋਵੇ। ਉਸ ਵੇਲੇ ਇਹ ਸੁਰਹੀ ਖਾਂ ਕਹਿਣ ਲੱਗਾ, ਆਪਣੀ ਦਾੜੀ ਵਿੱਚ ਸਾਧ ਸਿੰਘ ਦਾੜੀ 'ਚ ਹੱਥ ਫੇਰ ਕੇ ਦਾੜੀ ਪੁੱਟ ਕੇ ਖਿੱਚ ਕੇ ਕਹਿੰਦਾ, ਆਂਦਾ ਓਏ ਪ੍ਰਿਥੀਆ ਚਿੰਤਾ ਨਾ ਕਰ, ਜੇ ਆਂਦਾ ਮੈਂ ਤੇਰੇ ਭਰਾ ਗੁਰੂ ਅਰਜਨ ਦੇਵ ਨੂੰ ਮਾਰਨਾ ਨਾ ਦਿੱਤਾ, ਕਤਲ ਨਾ ਕਰ ਦਿੱਤਾ, ਮੈਨੂੰ ਵੀ ਤੂੰ ਪਿਓ ਦਾ ਪੁੱਤ ਨਾ ਸਮਝੀ। ਮੈਂ ਆਪਣਾ ਵੇਖੀ ਕਿੱਦਾਂ ਮੈਂ ਬਦਲਾ ਲੈ ਕੇ ਤੈਨੂੰ ਦਿਖਾਊਂਗਾ, ਤੈਨੂੰ ਗੱਦੀ ਵੀ ਦਵਾਊਂਗਾ, ਸਾਰਾ ਕੁਝ ਕਰਕੇ ਦਊਂਗਾ। ਉਸ ਵੇਲੇ ਸਾਧ ਸੰਗਤ ਜੀ ਇਹ ਖਬਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਹੁੰਚੀ। ਗੁਰੂ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਹੀ ਸਨ। ਮਹਾਰਾਜ ਤੇ ਨਿਮਰਤਾ ਦੇ ਸਮੁੰਦਰ ਹੈ। ਗੁਰੂ ਸਾਹਿਬ ਜੀ ਨੇ ਕੀ ਕਹਿਣਾ ਹੈ, ਸੱਚੇ ਪਾਤਸ਼ਾਹ ਸ਼ਾਂਤ ਹੈ। ਸੰਗਤ ਨੇ ਦੱਸਿਆ, ਮਹਾਰਾਜ ਜੀ ਐਵੇਂ ਉਹ ਜਿਹੜਾ ਮੁਸਲਾ ਹੈ ਨਾ ਤੁਰਕ, ਉਹ ਦਾੜੀ ਖਿੱਚ ਖਿੱਚ ਕਹਿੰਦਾ ਗੁਰੂ ਅਰਜਨ ਸਾਹਿਬ ਨੂੰ ਕਤਲ ਕਰ ਦੂੰ ਮੈਂ। ਤੇ ਮਹਾਰਾਜ ਗੁਰੂ ਘਰ ਦਾ ਨੁਕਸਾਨ ਕਰਨਾ ਚਾਹੁੰਦਾ ਇਹ ਸੁਲਹੀ ਤੇ ਪ੍ਰਿਥੀਆ। ਗੁਰੂ ਸਾਹਿਬ ਜੀ ਉਸ ਵੇਲੇ ਗੁਰੂ ਕੇ ਲੰਗਰ ਵਿੱਚ ਬਿਰਾਜਮਾਨ ਸਨ। ਗੁਰੂ ਜੀ ਦੇ ਹਸਤ ਕਮਲ ਵਿੱਚ ਬੇਰੀ ਦਾ ਇੱਕ ਛੋਟੀ ਜਿਹੀ ਟਾਹਣੀ ਸੀ ਸੱਚੇ ਪਾਤਸ਼ਾਹ ਦੇ ਹੱਥ ਵਿੱਚ। ਮਹਾਰਾਜ ਜੀ ਉਹ ਟਾਹਣੀ ਜੀ ਨੂੰ ਥੋੜਾ ਮਰੋੜ ਕੇ ਕਹਿੰਦੇ, ਕੋਈ ਨਹੀਂ ਸੰਗਤ ਜੀ, ਜਿਹੜੇ ਗੁਰੂ ਘਰ ਚੜ੍ਹ ਕੇ ਆਪੇ ਉਹ ਮਾਰੇ ਜਾਂਦੇ ਹੁੰਦੇ ਆ। ਮਹਾਰਾਜ ਨੇ ਬਚਨ ਕਿਹਾ ਉਸ ਵੇਲੇ, ਭਵਿੱਖ ਦਾ ਬਚਨ ਸੰਗਤਾਂ ਨੂੰ ਧੀਰਜ ਦੇਣ ਵਾਸਤੇ। ਮਹਾਰਾਜ ਕਹਿੰਦੇ, ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਪੂਰਾ ਨਿਆਂ ਕਰੇ ਕਰਤਾਰ, ਆਪਣੇ ਦਾਸੋ ਬਣੇ ਕੋ ਰਾਖਣ ਹਾਰ। ਸੰਗਤ ਜੀ ਚਿੰਤਾ ਨਾ ਕਰੋ, ਉਹ ਪਰਮੇਸ਼ਰ ਘਰ ਪੂਰਾ ਪੂਰਾ ਨਿਆਂ ਹੈ। ਗੁਰੂ ਨਾਨਕ ਸਾਹਿਬ ਜੀ ਪੂਰਾ ਨਿਆਂ ਹੀ ਕਰਨਗੇ, ਕੋਈ ਨਹੀਂ ਮਾਰ ਸਕੇਗਾ। ਇਹ ਬਚਨ ਮਹਾਰਾਜ ਨੇ ਕਹਿ ਦਿੱਤੇ। ਉਹ ਫਿਰ ਇਹ ਸੁਲਹੀ ਕੁਝ ਦਿਨਾਂ ਬਾਅਦ ਚੜ੍ਹਾਈ ਕਰਕੇ ਆਇਆ, ਸਿੱਧਾ ਹੀ ਪ੍ਰਿਥੀਆ ਕੋ ਮਾਲਵੇ ਪਹੁੰਚਿਆ। ਪ੍ਰਿਥੀਆ ਜਿਹੜਾ ਹੈ ਆਪਣਾ ਬੜਾ ਖੁਸ਼ ਹੋਇਆ, ਕਹਿੰਦਾ ਉਹਦੇ ਸਾਰੇ ਦਹੇ ਘਿਓ ਦੇ ਵਿੱਚ ਹੈ, ਆਪਣਾ ਸਾਰਾ ਕੁਝ ਦਿਖਾ ਰਿਹਾ ਹੈ। ਆਹ ਵੇਖੋ ਮੇਰਾ ਕੰਮ, ਆਹ ਵੇਖੋ ਮੇਰਾ ਨਗਰ, ਆਹ ਵੇਖ ਕਿਵੇਂ ਮੈਂ ਆਵੇ ਲਾਏ ਆ, ਕਿੱਦਾਂ ਮੈਂ ਵੇਖੀ ਇੱਟਾਂ ਨਾਲ ਪੱਕਾ ਕਰ ਦੇਣਾ ਨਗਰ। ਇਹ ਗੱਲਾਂ ਕਰਦੇ ਕਰਦੇ ਸਾਂਝ ਜੀ ਆਵੇ ਲਾਗੇ ਚੱਲ ਗਈ, ਜਿੱਥੇ ਬੜਾ ਧੂੰਆਂ ਨਿਕਲ ਰਿਹਾ ਸੀ। ਉਹ ਘੋੜੇ ਨੂੰ ਕੁਦਰਤੀ ਇਹ ਗੁਰੂ ਮਹਾਰਾਜ ਦੇਵ ਨੇ ਇਹਦੀ ਵਰਤੀ। ਘੋੜਾ ਜਿਹੜਾ ਸਾਧ ਸੰਗਤ ਜੀ ਧੂਏ ਜੇ ਕਰਕੇ ਤਪਸੀ ਕਰਕੇ ਡਰ ਗਿਆ, ਆਵੇ ਉੱਪਰ ਘੋੜਾ ਚੜ ਗਿਆ। ਜਦੋਂ ਘੋੜਾ ਚੜਿਆ ਤਾਂ ਪੈਰ ਥਿੜਕ ਗਿਆ। ਇਹ ਜਿਹੜਾ ਹੈ ਸੂਲੀ ਹੈ ਥੜਮ ਕਰਦਾ ਥੱਲੇ ਵੱਜਾ ਹੈ। ਇਹਦੇ ਕੋਲ ਹੀ ਇਹ ਕੁਹਾੜਾ ਇਹਨੇ ਡਾਇਆ ਹੋਇਆ ਸੀ। ਜਿਹੜਾ ਕੁਹਾੜਾ ਜਦੋਂ ਥੱਲੇ ਡਿੱਗਾ ਹੈ, ਕੁਹਾੜਾ ਮਹਾਰਾਜ ਵੱਲੋਂ ਇਹਦੇ ਇਹੋ ਜਿਹਾ ਵਜੇ ਸਿਰ ਕੱਟਿਆ ਗਿਆ। ਇਹ ਸੁਲਹੀ ਉੱਥੇ ਸਾਧ ਸੰਗਤ ਜੀ ਖਤਮ ਹੋ ਗਏ। ਸੰਗਤਾਂ ਨੇ ਇਹ ਖਬਰ ਜਦੋਂ ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਹੁੰਚੀ, ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਖਬਰ ਵੀ ਪਹੁੰਚੀ। ਮਹਾਰਾਜ ਉਸ ਵੇਲੇ ਸੰਗਤਾਂ ਨੂੰ ਬੜਾ ਹੌਸਲਾ ਦਿੰਦੇ ਹੋਏ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹੋਏ ਕਹਿ ਲੱਗੇ, ਬਾਰ ਬਚਨ ਕੀਤਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹੱਦ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਗ, ਕਾਟ ਕੁਠਾਰ ਖਸਮ ਸਿਰ ਕਾਟਿਆ। ਵੀ ਵੇਖੋ ਪਰਮੇਸ਼ਰ ਨੇ ਉਹਦਾ
ਕੁਹਾੜੇ ਦੇ ਨਾਲ ਸਿਰ ਕੱਟ ਕੇ ਰੱਖ ਦਿੱਤਾ ਹੈ। ਖਿਨਮੇ ਹੋਏ ਗਿਆ ਖਾਕ, ਆ ਖਿਨ ਵਿੱਚ ਹੀ ਖਾਕ ਹੋ ਗਿਆ, ਕਿੱਡਾ ਨਾਪਾਕ ਹੋ ਕੇ ਮਰਿਆ। ਮੁਸਲਮਾਨ ਤੇ ਵੇਖੋ ਦਬਾਏ ਜਾਂਦੇ, ਸੜ ਕੇ ਮਰਿਆ ਭੜਥੇ ਵਾਂਗੂ ਹੋ ਕੇ, ਕਿੱਡੀ ਮਾੜੀ ਹੋਈ ਇਹਨਾਂ। ਮੰਦਾ ਚਿਤਵਤ ਪਚਿਆ, ਜਿਨ ਰਚਿਆ ਤਿੰਨ ਦੀਨਾ ਧਾਕ। ਜਿਸ ਪਰਮੇਸ਼ਰ ਨੇ ਰਚਿਆ ਨਾ, ਇਹਨੂੰ ਬਣਾਇਆ ਸੀ ਸੁਲਹੀ ਨੂੰ, ਉਹ ਮਾਲਕ ਨੇ ਆਪੇ ਨਰਕ ਵਿੱਚ ਧੱਕ ਦਿੱਤਾ। ਭਾਈ ਨਰਕ 'ਚ ਪੈ ਜਾ ਕੇ, ਤੇਰਾ ਨਹੀਂ ਇੱਥੇ ਕੰਮ ਕੋਈ। ਇਸ ਪ੍ਰਕਾਰ ਪੁੱਤਰ ਮੀਤ ਧਨ ਕਿਛੂ ਨਾ ਰਹਿਓ, ਨਾ ਤੇ ਉਹ ਪੁੱਤਰਾਂ ਜੋਗਾ ਰਹਿ ਗਿਆ, ਨਾ ਧਨ ਜੋਗਾ, ਨਾ ਵੇਖੋ ਮਿੱਤਰਾਂ ਜੋਗਾ, ਤੇ ਸੋ ਛੋੜ ਗਿਆ ਸਭ ਭਾਈ ਸਾਗ, ਸਾਰੇ ਸਗੇ ਸੰਬੰਧੀ ਛੱਡ ਕੇ ਮਰ ਗਿਆ ਸੀ। ਸੋ ਇੱਥੇ ਗੁਰੂ ਸਾਹਿਬ ਕੇ ਬਚਨ ਆ ਰਹੇ ਹਨ, ਪੜੋ ਜੀ। ਬੰਦਕ ਹੋਏ ਬੰਦ ਸੁਧ ਲਹਾ। ਜਿਹੜੇ ਬੰਦਗੀ ਕਰਨ ਵਾਲਾ ਹੋ ਕੇ ਬੰਦਗੀ ਕਰਦਾ ਹੈ ਨਾ, ਉਹਦੀ ਪਰਮੇਸ਼ਰ ਆਪ ਸਾਰ ਲੈਂਦੇ। ਜਿਵੇਂ ਵੇਖੋ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸਾਰਿਆਂ ਦੀ ਸਾਰ ਲੈਂਦੇ ਆ, ਪਰ ਇੱਕ ਸਾਖੀ ਪ੍ਰਮਾਣ ਮੁਤਾਬਕ ਵੇਖੋ ਕਿਵੇਂ ਸਤਿਗੁਰੂ ਜੀ ਨੇ ਸੁਧ ਖਬਰ ਲਈ ਸੀ। ਪਰਮੇਸ਼ਰ ਸੇਵਕ ਕੋ ਨਿਗਟੀ ਹੋਏ ਦਿਖਾਵੇ, ਨੇੜੇ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਸੁਧ ਖਬਰ ਸਾਰ ਲੈਂਦਾ ਹੈ। ਇਸ ਪ੍ਰਕਾਰ ਭਗਤ ਜੀ ਦਾ ਇਹੀ ਸਾਨੂੰ ਉਪਦੇਸ਼ ਹੈ, ਭਾਈ ਬੰਦਗੀ ਕਰੋ, ਚਿੰਤਾ ਨਾ ਕਰੋ। ਜਿਹੜੇ ਬੰਦਗੀ ਕਰਦੇ ਆ ਉਹਨਾਂ ਨੂੰ ਮਹਾਰਾਜ ਸਭ ਕੁਝ ਦਿੰਦਾ, ਕਾਹਨੂੰ ਚਿੰਤਾ ਕਰਦੇ ਖਾਣ ਪੀਣ ਦੀ। ਉਹਦੇ ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਉਹਦੇ ਪੱਥਰ ਵਿੱਚ ਮਹਾਰਾਜ ਸਭ ਨੂੰ ਦੇਣ ਡਿਆ, ਸਭ ਨੂੰ ਦੇ ਰਿਹਾ, ਕੋਈ ਖਾਲੀ ਤੇ ਜਾਂਦਾ ਹੀ ਨਹੀਂ ਹੈ। ਤੇ ਤੁਸੀਂ ਕਾਹਨੂੰ ਚਿੰਤਾ ਕਰਦੇ? ਬੰਦਗੀ ਕਰੋ ਕਿਵੇਂ? ਦਾਸਾ ਭਾਵ ਨਾਲ, ਨਿਮਰਤਾ ਨਾਲ, ਗਰੀਬੀ ਹਿਰਦੇ 'ਚ ਵਸਾ ਕੇ। ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਅੰਦਰ ਗਰੀਬੀ ਵਸ ਜਾਏ, ਜਿਸ ਕਰਕੇ ਸਾਧ ਸੰਗਤ ਜੀ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਸਕਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅੱਜ ਦੀ ਜਿਹੜੇ ਕਥਾ ਦੀ ਇੱਥੇ ਵਿਸ਼ਰਾਮ ਹੈ। ਸਤਿਗੁਰੂ ਮਹਾਰਾਜ ਦੇ ਬਚਨਾਂ ਦੀ ਵਿਚਾਰ ਕਰਦੇ ਸਮੇਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ। ਬੰਦੋ ਹੋਏ ਬੰਦਗੀ ਗਹਾ, ਬੰਦਕ ਹੋਏ ਬੰਧ ਸੁਧ ਲਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूर्ण हे सर्व मैं दुख भंजन गुणतास। हे संगी हे निरंकार, हे निर्गुण सब टेक। हे गोबिंद हे गुण निधान, जाकै सदा विवेक। हे अपरंपर हर हरे है भी होवन हार। हे संत है कै सदा संग, निदारा आधार। हे ठाकुर हो दास रो, मैं निर्गुण गुण नहीं कोय। नानक दीजै नाम दान, राखो हिय बरोय। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरै पार। जो सरदा कर सेवंदे, गुर पार उतारन हार। कथा निता प्रत होत है, सुनो सुसिंग सुजान। नानक गुरु गोबिंद सिंह जी, सदा करे कल्याण। नानक गुरु गोबिंद सिंह जी, सदा करे कल्याण। वाहिगुरु जी का खालसा, वाहिगुरु जी की फतेह। गज के जयकारा जावे, सो निहाल हो जावे। सत श्री अकाल, गुरबार अकाल। देग तेग फतेह, गुरु पंथ खालसे दी चढ़दी कला रखो जी महाराज।